कि सिख लीडरशिप का उस समय की रोल सी। सारा कुछ अखी वेखण तो बाद 8वें दिन फिर आके अपने दफ्तर संभाल लेंदे ने और कौम उन्होंने आगू चुन लेंदी है। नैतिकता के आधार के उपर डुब के क्यों ना मरे। संत जी इस गल दे उत्ते अड़ गए कि असी अरदास कीती है कि आनंदपुर साहिब दे मते दियां सारियां मद्दां पूरीआं होण तक ये मोर्चा जारी रहेगा। कि जे उस वक्त खालिस्तान की मंग नहीं सी ते अज क्यों हैगी है। ਉਹਦੇ ਵਿੱਚ ਇਹਨਾਂ ਨੇ ਯੈਸ ਕਹਿਤਾ ਵੀ ਜੇ ਤੁਸੀਂ ਸਾਡਾ ਤਾਂ ਕਿਹਾ ਮੰਨਦਾ ਨਹੀਂ ਕਿਹਨੂੰ ਸੰਤ ਜਰਨੈਲ ਸਿੰਘ ਜੀ ਨੂੰ ਤੇ ਤੁਸੀਂ ਜਿਵੇਂ ਕਰਨਾ ਚਾਹੁੰਦੇ ਹੋ ਭਾਵ ਮਿਲਟਰੀ ਐਕਸ਼ਨ ਕਰਨਾ ਚਾਹੁੰਦੇ ਹੋ ਕਰ ਲਓ। ਰਸ਼ੀਆ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਪੰਜਾਬ ਦੇ ਬਾਰੇ ਸਿੱਖਾਂ ਬਾਰੇ ਕੋਈ ਵੀ ਗੱਲ ਕਰਨੀ ਆ ਉਹ ਹਰਕਿਸ਼ਨ ਸਿੰਘ ਸੁਰਜੀਤ ਤੋਂ ਪੁੱਛਣੀ। फौज खत्म करना आ रही कि फौज बचाउण आ रही? बस जे हल कढ़ना चाहती होंदी ਉਹ ਗੱਲਾਂ ਜਿਹੜੀਆਂ ਉਹਨਾਂ ਨੇ ਇਹਨਾਂ ਖੱਸੀ ਲੀਡਰਾਂ ਨਾਲ ਕੀਤੀਆਂ ਨੇ ਉਹ ਸੰਤ ਜਰਨੈਲ ਸਿੰਘ ਨਾਲ ਕਰਦੀ ਬੈਠ ਕੇ ਵੀ ਬਾਤ ਤੂੰ ਚਾਹੁੰਦਾ ਕੀ ਹੈ। देश विदेश के सारे ही दर्शकों का तुहाडे अपने प्रोग्राम के विच दिल दी गहराइयां तो स्वागत है जी। दर्शकों जिवें तुहानूं पता कि तुहाडे नाल एक वादा कीता सी कि जदों जून 1984 की गल करांगे ते असी सवाल तुहाडे होणगे जवाब स्टूडियो दे विच माण मत्तियां शख्सियतां दे कोलों लवांगे ते मैं तुहाडे नाल कीते होए वादे नूं पूरा करदा होया अज फिर हाज़र होया मैं तुहाडा अपना हरप्रीत सिंह मखू पार्ट 2 क्योंकि जदों जून 1984 की आपां गल कीती है पार्ट 1 ਉਹਦੇ ਵਿੱਚ ਅਸੀਂ ਸਾਰੇ ਇਹ ਹਵਾਲੇ ਦਿੱਤੇ ਨੇ ਕਿ ਪ੍ਰੀ ਪਲਾਨਡ ਸੀ ਜਾਂ ਅਚਨਚੇਤ ਹੋਈ ਕਾਰਵਾਈ ਸੀ। ਤੇ ਜਦੋਂ ਐਡਾ ਵੱਡਾ ਹਾਦਸਾ ਹੁੰਦਾ ਹੈ ਜਾਂ ਐਡਾ ਵੱਡਾ ਸਾਕਾ ਹੁੰਦਾ ਹੈ ਇਹ ਅਚਨਚੇਤ ਹੋਈਆਂ ਕਾਰਵਾਈਆਂ ਨਹੀਂ ਹੁੰਦੀਆਂ, ਬੜਾ ਪ੍ਰੀ ਪਲਾਨਡ ਹੁੰਦਾ ਹੈ। ਕਈ ਮਹੀਨੇ ਅਗਲਿਆਂ ਨੂੰ ਲੱਗ ਜਾਂਦੇ ਨੇ ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰਕੇ ਤੇ ਚਕਰਾਤਾ ਦੀਆਂ ਪਹਾੜੀਆਂ ਦੇ ਅੰਦਰ ਕਈ ਮਹੀਨੇ ਲੱਗ ਜਾਂਦੇ ਨੇ। ਤੁਹਾਡੀ ਲੀਡਰਸ਼ਿਪ ਜਿਹੜੀ ਉਸ ਸਮੇਂ ਦੀ ਮੈਂ ਫਿਰ ਬੇਨਤੀ ਕਰਦੇ ਹਾਂ ਲੀਡਰਸ਼ਿਪ ਦੇ ਨਾਲ ਸਾਰੀਆਂ ਜਾਣਕਾਰੀਆਂ ਲੈਂਦੇ ਹੋਏ ਵੀ ਜੇ ਫਿਰ ਵੀ ਤੁਸੀਂ ਸਾਡੇ ਹੱਕ ਦੇ ਵਿੱਚ ਨਾ ਆ ਸਕੇ ਘੱਟੋ ਘੱਟ ਸਾਇਲੈਂਟ ਤੇ ਭੁਗਤ ਲਵੋਗੇ ਨਾ ਬੜਾ ਕੁਝ ਹੋ ਜਾਂਦਾ ਹੈ। ਸੋ ਇਸ ਕਰਕੇ ਆਓ ਸੈਕੰਡ ਪਾਰਟ ਦੇ ਵਿੱਚ ਆਪਾਂ ਇਹ ਜਾਣਨ ਦਾ ਯਤਨ ਕਰਦੇ ਹਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਸਾਡੇ ਨਾਲ ਨੇ ਸਟੂਡੀਓ ਦੇ ਵਿੱਚ ਕਿ ਸਿੱਖ ਲੀਡਰਸ਼ਿਪ ਦਾ ਉਸ ਸਮੇਂ ਕੀ ਰੋਲ ਸੀ। ਸਾਰਾ ਕੁਝ ਅੱਖੀ ਵੇਖਣ ਤੋਂ ਬਾਅਦ 8ਵੇਂ ਦਿਨ ਫਿਰ ਆ ਕੇ ਆਪਣੇ ਦਫ਼ਤਰ ਸੰਭਾਲ ਲੈਂਦੇ ਨੇ ਔਰ ਕੌਮ ਉਹਨਾਂ ਨੂੰ ਆਗੂ ਚੁਣ ਲੈਂਦੀ ਹੈ। ਨੈਤਿਕਤਾ ਦੇ ਆਧਾਰ ਦੇ ਉੱਪਰ ਡੁੱਬ ਕੇ ਕਿਉਂ ਨਾ ਮਰੇ ਸਵਾਲ ਬੜੀ ਪ੍ਰਕਾਰ ਦੇ ਆ ਜਾਂਦੇ ਨੇ। ਆਓ ਆਪਾਂ ਜਾਣਨ ਦਾ ਯਤਨ ਕਰਦੇ ਹਾਂ। सब तो पहले प्रोग्राम दे विच प्रोफैसर महेंद्रपाल सिंह का स्वागत करते हैं। प्रोफैसर साहब वाहिगुरू जी का खालसा वाहिगुरू जी की फतेह। फस्ट एपीसोड दे विच आपां गल कीती सी प्री प्लानड या अचनचेत हुई कार्रवाई तुहाडा संघर्ष दे नाल की रिश्ता। बहुते लोकां नूं हुण इह पता लग गया भी तुसीं संघर्षी हो उस संघर्ष नूं देखिया। देखो प्राप्तियां दी गल किसी दिन फिर करांगे क्योंकि ये विषय बहुत लंबा हो जाता है। प्राप्तियां की कीतियां ने या की प्राप्त करने का मनसूबा है तो एक वक्रा विषय आ गया वो आप किसी ने तुहाडी परसनल लाइफ के उपर करांगे उस दिन पूछांगे। पर जो असीं संघर्ष की गल करते हैं तो संघर्ष नाल किन्ना कुछ लैण देना कदों तो ये पूछना साडे लई बड़ा जरूरी हो जाता है। अज मन दे विच एक सवाल आ रहा है दरबार साहिब के उपर एडा वड्डा अटैक हुंदा है इंज कह लईए भी एक तखत की दूजे तखत दे नाल बड़ी वड्डी जंग हुंदी है। उस समय साडी सिख लीडरशिप जिहड़ी है उहदा रोल की है मैं चाहुंदा भी ये दर्शकों नूं पता लग सके। ਜਿਹੜੀ ਉਸ ਵਕਤ ਰਾਜਸੀ ਲੀਡਰਸ਼ਿਪ ਸੀ ਉਹਨੇ 2 ਸਾਲ ਦੇ ਸਮੇਂ ਦੇ ਵਿੱਚ ਜਦੋਂ ਇਹ ਮੋਰਚਾ ਚੱਲਿਆ ਦਰਬਾਰ ਸਾਹਿਬ ਤੋਂ ਰੋਜ਼ ਗ੍ਰਿਫਤਾਰੀਆਂ ਹੁੰਦੀਆਂ ਸੀ ਉਹਦੇ ਵਿੱਚ ਹਰ ਮਹੀਨੇ ਕਹਿ ਲਓ ਆਪਣੇ ਪੈਰ ਇਸ ਤੋਂ ਖਿੱਚਣ ਦੀ ਕੋਸ਼ਿਸ਼ ਕੀਤੀ ਤੇ ਦਿੱਲੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਇਹ ਸਾਰੇ ਹਵਾਲੇ ਉਸ ਵਕਤ ਦੇ ਮੈਗਜ਼ੀਨਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ। ਕਦੇ ਤਾਂ ਉਹਨਾਂ ਨੇ ਸੰਤ ਜੀ ਦੇ ਨਾਲ ਦੂਰੀ ਵਧਾਤੀ। ਅਖੀਰ ਵਿੱਚ ਕੀ ਹੋਇਆ ਕਿ ਜਦੋਂ ਸਾਹਮਣੇ ਆਇਆ ਇੱਕ ਸਪੈਸ਼ਲ ਬੰਦਾ ਜਿਹੜਾ ਕਿਸੇ ਵਕਤ ਨੈਕਸਲਾਈਟਰ ਹੈ ਉਹ ਦਿੱਲੀ ਤੋਂ ਹਰਕਿਸ਼ਨ ਸਿੰਘ ਸੁਰਜੀਤ ਨੇ ਲੌਂਗੋਵਾਲ ਹਰਚੰਦ ਸਿੰਘ ਲੌਂਗੋਵਾਲ ਜਿਹੜੇ ਕਿ ਡਿਕਟੇਟਰ ਸੀਗੇ ਮੋਰਚੇ ਦੇ ਉਹਦਾ ਪੀਏ ਬਣਾ ਕੇ ਭੇਜਤਾ। ਉਹਦਾ ਨਾਂ ਸੀ ਗੁਰਚਰਨ ਸਿੰਘ ਐਮਏ। ਉਹਨੂੰ ਗੁਰਚਰਨ ਸਿੰਘ ਐਮਏ ਕਹਿੰਦੇ ਸੀ। ਜਦੋਂ ਉਹਨੇ ਆ ਕੇ ਸੈਂਟਰ ਨੂੰ ਰਿਪੋਰਟਾਂ ਦਿੱਤੀਆਂ ਪਹਿਲੀ ਗੱਲ ਤਾਂ ਇਹ ਆ ਵੀ ਉਹ ਸਵਕਾਰਿਆ ਕਿਉਂ ਜੀ ਲੀਡਰਸ਼ਿਪ ਨੇ ਕਿਉਂਕਿ ਸੰਤ ਹਰਚੰਦ ਸਿੰਘ ਦੇ ਨਾਲ ਟੋੜਾ ਬੈਠਾ ਹੈ ਬਾਦਲ ਬੈਠਾ ਹੈ
ਰਾਮੂ ਵਾਲੀਆ ਬੈਠਾ ਹੈ, ਬਲਵੰਤ ਸਿੰਘ ਬੈਠਾ ਹੈ, ਉਦੋਂ ਬਰਨਾਲਾ ਰਾਮੋਲੀਆ ਬੈਠਾ ਹੈ। ਅਕਾਲੀਆਂ ਦੇ ਨਾਲ ਹੀ ਸੀ। ਹਾਂ ਜੀ, ਉਸ ਵਕਤ ਵੀ ਅੰਦਰ ਸੀ ਜਿਸ ਵਕਤ ਇਹ ਅਟੈਕ ਹੋ ਰਿਹਾ ਸੀ। ਮੈਂ ਤੁਹਾਨੂੰ ਉਹਦੀ ਵੀ ਗੱਲ ਦੱਸਾਂਗਾ। ਉਹ ਵੀ ਬਖਤਰਬੰਦ ਗੱਡੀ ਦੇ ਵਿੱਚ ਟੋਲੇ ਦੇ ਨਾਲ ਬੈਠ ਕੇ ਬਾਹਰ ਆਇਆ ਹੈ। ਸੋ ਉਹ ਜਿਹੜਾ ਟਾਈਮ ਸੀ, ਉਹਨਾਂ ਨੇ ਪਹਿਲੇ ਪੜਾਅ ਦੇ ਵਿੱਚ ਤਾਂ ਇਹ ਕਿਹਾ ਕਿ ਹੁਣ ਭੱਖ ਗਿਆ, ਹੁਣ ਸੈਂਟਰ ਡਰ ਗਿਆ। ਇੱਕ ਦੋ ਮੰਗਾਂ ਜਿਵੇਂ ਦਰਬਾਰ ਸਾਹਿਬ ਤੋਂ ਕੀਰਤਨ ਰਿਲੇ ਕਰਨਾ ਜਾਂ ਇਹ ਜਿਹਾ ਕਰਕੇ ਤੇ ਮੋਰਚਾ ਖਤਮ ਕਰੀਏ। ਪਰ ਸੰਤ ਜੀ ਇਸ ਗੱਲ ਦੇ ਉੱਤੇ ਅੜ ਗਏ ਕਿ ਅਸੀਂ ਅਰਦਾਸ ਕੀਤੀ ਹੈ ਕਿ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਸਾਰੀਆਂ ਮੱਦਾਂ ਪੂਰੀਆਂ ਹੋਣ ਤੱਕ ਇਹ ਮੋਰਚਾ ਜਾਰੀ ਰਹੇਗਾ। ਇਹ ਜਿਹੜਾ ਸੀ ਅਨੰਦਪੁਰ ਦੇ ਮਤੇ ਤੋਂ ਘੱਟ ਕੁਝ ਸਵੀਕਾਰ ਨਹੀਂ, ਕਿਉਂਕਿ ਅਰਦਾਸ ਕੀਤੀ ਹੀ ਇਹ ਗਈ ਸੀ। ਹੁਣ ਧਰਮ ਯੁੱਧ ਮੋਰਚਾ ਕਦੋਂ ਲੱਗਾ ਸੀ? ਧਰਮ ਯੁੱਧ ਮੋਰਚਾ ਅਗਸਤ 82 ਦੇ ਵਿੱਚ ਲੱਗਿਆ। ਸੋ ਉਹ ਜਿਹੜਾ ਟਾਈਮ ਪਰ ਸੀ, ਜੇ ਆਪਾਂ ਗੱਲ ਕਰੀਏ, ਮੈਂ ਇੱਥੇ ਵੈਸੇ ਸਿੱਖ ਲੀਡਰਸ਼ਿਪ ਦੀ ਗੱਲ ਕਰਾਂਗਾ, ਪਰ ਜਦੋਂ ਇਹ ਧਰਮ ਯੁੱਧ ਮੋਰਚੇ ਦੀ ਗੱਲ ਕਰੀਏ ਤੇ ਇਹਦੇ ਵਿੱਚ ਖਾਲਿਸਤਾਨ, ਵਿਸ਼ੇਸ਼ ਤੌਰ ਤੇ ਖਾਲਿਸਤਾਨ ਦੀ ਤਾਂ ਕੋਈ ਮੰਗ ਹੀ ਨਹੀਂ ਸੀ। ਬਿਲਕੁਲ ਉਸ ਵਕਤ ਮੰਗ ਨਹੀਂ ਸੀ। ਪਰ ਆਪਾਂ ਨੂੰ ਇਹ ਗੱਲ ਕਲੀਅਰ ਜ਼ਰੂਰ ਕਰ ਲੈਣੀ ਚਾਹੀਦੀ ਹੈ। ਮੈਂ ਆਹ ਗੱਲ ਖਤਮ ਕਰ ਲਵਾਂ, ਉਸ ਤੋਂ ਬਾਅਦ ਮੈਂ ਆਪ ਹੀ ਕਲੀਅਰ ਕਰਦਾ। ਜ਼ਰੂਰ ਕਲੀਅਰ ਕਰ ਲੈਣੀ ਚਾਹੀਦੀ ਹੈ ਕਿ ਜੇ ਉਸ ਵਕਤ ਖਾਲਿਸਤਾਨ ਦੀ ਮੰਗ ਨਹੀਂ ਸੀ ਤੇ ਅੱਜ ਕਿਉਂ ਹੈਗੀ ਹੈ। ਇਹ ਇੱਕ ਬਹੁਤ ਅਹਿਮ ਸਵਾਲ ਹੈ, ਖਾਸ ਕਰਕੇ ਦਰਸ਼ਕਾਂ ਦੇ ਲਈ, ਜਿਹੜੇ ਸਾਡੀ ਸੰਗਤ ਹੈ ਉਹਨੂੰ ਜਾਣਨ ਦੇ ਲਈ। ਸੋ ਮੈਂ ਉਹ ਗੱਲ ਲੀਡਰਸ਼ਿਪ ਵਾਲੀ ਜਿਹੜੀ ਤੁਸੀਂ ਪੁੱਛੀ ਹੈ, ਉਹ ਨੇੜਤਾ ਦਿੱਲੀ ਵੱਲ ਹੋ ਗਈ ਤੇ ਸਾਰੇ ਰਿਕਾਰਡ ਅੱਜ ਜਨਤਕ ਹੋ ਚੁੱਕੇ ਨੇ ਕਿ 26 ਮਈ ਨੂੰ ਦਿੱਲੀ ਦੇ ਵਿੱਚ ਇਹਨਾਂ ਦੀਆਂ ਲਾਸਟ ਮੀਟਿੰਗਾਂ 25 ਤੇ 26 ਮਈ ਨੂੰ ਜੂਨ 1 ਤੋਂ ਇੱਕ ਹਫ਼ਤਾ ਪਹਿਲਾਂ, ਅੱਜ ਤੋਂ ਮੰਨ ਲਓ 7-8 ਦਿਨ ਪਹਿਲਾਂ ਜੀ, ਉਹਨਾਂ ਦੀਆਂ ਫਾਈਨਲ ਮੀਟਿੰਗਾਂ ਹੋ ਗਈਆਂ, ਜਿਹਦੇ ਵਿੱਚ ਟੋੜਾ, ਬਾਦਲ, ਬਰਨਾਲਾ ਇਹ ਸਾਰੇ ਸ਼ਾਮਲ ਹੋਏ। ਦਿੱਲੀ ਉਹਦੇ ਵਿੱਚ ਇਹਨਾਂ ਨੇ ਯੈਸ ਕਹਿਤਾ ਵੀ ਜੇ ਤੁਸੀਂ ਸਾਡਾ ਤਾਂ ਕਿਹਾ ਮੰਨਦਾ ਨਹੀਂ, ਕਿਹਨੂੰ? ਸੰਤ ਜਰਨੈਲ ਸਿੰਘ ਜੀ ਨੂੰ, ਤੇ ਤੁਸੀਂ ਜਿਵੇਂ ਕਰਨਾ ਚਾਹੁੰਦੇ ਹੋ, ਭਾਵ ਮਿਲਟਰੀ ਐਕਸ਼ਨ ਕਰਨਾ ਚਾਹੁੰਦੇ ਹੋ ਕਰ ਲਓ, ਵੀ ਸਾਨੂੰ ਪ੍ਰਵਾਨਗੀ ਆਪ ਦੇ ਕੇ ਆਏ ਨੇ। ਉਸ ਮੀਟਿੰਗ ਦੇ ਵਿੱਚ ਆਹੀ ਤਾਂ ਪਲੈਨਿੰਗ ਸੀ। ਇਹ ਪਲੈਨਿੰਗ ਹੀ ਸੀ ਜਿਹੜੀ ਇਹਨਾਂ ਲੋਕਾਂ ਨੇ ਉਸ ਵਕਤ ਸੈਂਟਰ ਦੇ ਨਾਲ ਮਿਲ ਕੇ ਕਰਵਾਈ, ਤਾਂ ਜੋ ਧਰਮ ਦੀ ਗੱਲ ਜਿਹੜੀ ਹੈ ਉਹ ਨਾ ਚੱਲੇ, ਕੇਵਲ ਤੇ ਕੇਵਲ ਇਹਨਾਂ ਦੀ ਕੁਰਸੀਆਂ ਦੀ ਗੱਲ ਚੱਲਦੀ ਰਹੇ। ਸੰਤ ਜਰਨੈਲ ਸਿੰਘ ਇੱਕ ਸਿੱਖ ਹੋਣ ਦੇ ਨਾਤੇ ਇਹ ਗੱਲ ਸਵੀਕਾਰ ਨਹੀਂ ਸੀ ਕਰਦੇ, ਪਤਾ ਉਹਨਾਂ ਨੂੰ ਸਭ ਕੁਝ ਸੀ। ਸੋ ਨਾ ਕਰਨ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾ ਹਮਲਾ ਕੀ ਕਰਵਾਇਆ? ਗੁਰਚਰਨ ਸਿੰਘ ਐਮਏ ਦਾ ਨਾਂ ਆਉਂਦਾ ਹੈ, ਤੁਸੀਂ ਅਖਬਾਰਾਂ ਕੱਢ ਕੇ ਪੜੋਗੇ। ਉਹਨਾਂ ਦਾ ਸਭ ਤੋਂ ਨੇੜਲਾ ਮੁੰਡਾ ਸੁਰਿੰਦਰ ਸਿੰਘ ਸੋਢੀ, ਉਹਦਾ ਕਤਲ ਕਰਵਾਇਆ ਗਿਆ, ਉਹਨੂੰ ਸ਼ਹੀਦ ਕਰਵਾਇਆ ਗਿਆ। ਉਹਦੇ ਪਿੱਛੇ ਚਾਹੇ ਸੰਤਾਂ ਦੇ ਬੰਦੇ ਬਹੁਤ ਐਕਟਿਵ ਸੀ, 24 ਘੰਟੇ ਵਿੱਚ ਹੀ ਉਹਨਾਂ ਨੇ ਉਹ ਬੀਬੀ ਜਿਹੜੀ ਉਹਨੂੰ ਲੈ ਕੇ ਗਈ ਬੁਲਾ ਕੇ, ਤੇ ਉਹ ਬੰਦਾ ਜਿਹਨੇ ਨਾਲ ਹੋ ਕੇ ਕਤਲ ਕੀਤਾ, ਉਹ ਦੋਹਾਂ ਨੂੰ ਹੀ ਗੱਡੀ ਚੜਾਤਾ। ਪਰ ਉਹ ਦੱਸ ਕੇ ਜਾਂਦੇ ਜਾਂਦੇ ਵੀ ਸਾਨੂੰ ਗੁਰਚਰਨ ਸਿੰਘ ਐਮਏ ਨੇ ਇੰਨੇ ਲੱਖ ਦੇ ਵਿੱਚ ਸੌਦਾ ਕੀਤਾ ਸੀ ਤੇ ਇੰਨਾ ਸਾਡੇ ਕੋਲ ਪੈਸਾ ਆ ਗਿਆ ਹੈ, ਇੰਨਾ ਨਹੀਂ ਆਇਆ। ਇਹ ਉਸ ਵਕਤ ਦੀਆਂ ਅਖਬਾਰਾਂ ਕੱਢ ਕੇ ਪੜ੍ਹਿਆ ਜਾ ਸਕਦਾ, ਜਦੋਂ ਸੋਢੀ ਸਾਹਿਬ ਦਾ ਕਤਲ ਹੁੰਦਾ ਹੈ, ਸ਼ਹੀਦ ਹੁੰਦੇ ਨੇ। ਜਦੋਂ ਸੋਢੀ ਸਾਹਿਬ ਦਾ ਕਤਲ ਹੋ ਜਾਂਦਾ ਹੈ, ਜੀ, ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ, ਬਿਲਕੁਲ ਜੀ, ਬਿਲਕੁਲ। ਉਹ ਇੱਕ ਬੜਾ ਵੱਡਾ ਪਲਾਨ ਹੈ। ਉਹ ਪਲਾਨ ਆਪੇ ਹੀ ਹੋ ਗਿਆ, ਜਦੋਂ ਇੱਕ ਪਾਸੇ ਉਹ ਲੋਂਗੋਵਾਲ ਦਾ ਪੀਏ ਆ, ਦੂਜੇ ਪਾਸੇ ਕਾਤਲ ਕਹਿ ਰਿਹਾ ਕਿ ਮੈਨੂੰ ਉਹਨੇ ਭੇਜਿਆ। ਹੋਰ ਆਪਾਂ ਨੂੰ ਪਲੈਨਿੰਗ ਦੀ ਕੀ ਮਤਲਬ? ਕਿ ਭੇਜਿਆ ਉਹ ਹਰਕ੍ਰਿਸ਼ਨ ਸਿੰਘ ਸੁਰਜੀਤ ਨੇ। ਹਰਕ੍ਰਿਸ਼ਨ ਸਿੰਘ ਸੁਰਜੀਤ, ਰਸ਼ੀਆ ਦਾ ਬਹੁਤ ਵੱਡਾ ਇਹਦੇ ਵਿੱਚ ਰੋਲ ਸੀ। ਰਸ਼ੀਆ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਪੰਜਾਬ ਦੇ ਬਾਰੇ, ਸਿੱਖਾਂ ਬਾਰੇ ਕੋਈ ਵੀ ਗੱਲ ਕਰਨੀ ਆ, ਉਹ ਹਰਕ੍ਰਿਸ਼ਨ ਸਿੰਘ ਸੁਰਜੀਤ ਤੋਂ ਪੁੱਛਣੀ ਹੈ। ਅੱਜ ਚਾਹੇ ਇੰਡੀਆ ਅਮਰੀਕਾ ਦੇ ਨਾਲ ਚੱਲ ਰਿਹਾ ਹੈ, ਉਨਾ ਨਹੀਂ ਚੱਲ ਰਿਹਾ ਜਿੰਨਾ ਉਸ ਵਕਤ ਇਹ ਰਸ਼ੀਆ ਦੇ ਨਾਲ ਚੱਲਦਾ ਸੀ। ਈਵਨ ਇਹ ਗੱਲ ਵੀ ਸਪਸ਼ਟ ਹੋ ਚੁੱਕੀ ਹੈ ਕਿ ਇਸ ਹਮਲੇ ਦੇ ਵਿੱਚ ਪਲੈਨਿੰਗ ਇੰਨੀ ਵੱਡੀ ਸੀ, ਕੋਈ ਅਚਾਨਕ ਨਹੀਂ ਸੀ। ਕਿਸੇ ਦੇਸ਼ ਨੂੰ ਸਹਿਮਤ ਕਰਨਾ ਪਲੈਨਿੰਗ ਤੋਂ ਬਿਨਾਂ ਸਹਿਮਤ ਨਹੀਂ ਹੋ ਸਕਦਾ। ਇੰਗਲੈਂਡ ਤੇ ਰਸ਼ੀਆ ਦੋਨੋਂ ਐਟਮੀ ਪਾਵਰਾਂ ਨੇ, ਤੀਜੀ ਐਟਮੀ ਪਾਵਰ ਇੰਡੀਆ ਹੈ, 3 ਐਟਮੀ ਪਾਵਰਾਂ ਨੇ ਸਲਾਹ ਕਰਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਜੇ ਪਲੈਨਿੰਗ ਨਹੀਂ ਇਹ ਗੱਲ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਮੂੰਹੋਂ ਵੀ ਸੁਣ ਚੁੱਕਾ ਵਾਂ, ਇਹ ਮੈਂ ਸੈਕੰਡ ਟਾਈਮ ਤੁਹਾਡੇ ਮੂੰਹੋਂ ਸੁਣਦਾ ਪਿਆ ਵਾਂ। ਜੀ। ਉਹਨਾਂ ਨੂੰ ਕੀ ਲੋੜ ਸੀ ਤੁਹਾਡੇ ਧਾਰਮਿਕ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ? ਉਹਨਾਂ ਨੂੰ ਲੋੜ ਇਹ ਸੀ ਕਿ ਉਹਨਾਂ ਨੇ ਇੰਡੀਆ ਦੇ ਉਹਨਾਂ ਦੀ ਭਾਸ਼ਾ ਦੇ ਵਿੱਚ ਬਾਗੀ ਰੋਕਣੇ ਸੀ, ਵੀ ਇੰਡੀਆ ਕਿਉਂਕਿ ਉਹਨਾਂ ਦੇ ਨਾਲ ਪ੍ਰੋਪਰਲੀ ਚੱਲ ਰਿਹਾ ਸੀ। ਤੁਸੀਂ ਇਹਨੂੰ ਹੋਰ ਪਿੱਛੇ ਵੀ ਲੈ ਜਾਓ, ਜਿੱਥੇ ਗੱਲ ਆਏਗੀ ਕਿ ਹਰ ਇੱਕ ਵੱਡੀ ਪਾਵਰ ਜਿਹੜੀ ਹੁੰਦੀ ਆ ਆਪਣੇ ਸਟੂਜ, ਆਪਣੇ ਚਮਚੇ ਕ੍ਰੀਏਟ ਕਰਦੀ ਹੈ, ਉਹਨੂੰ ਮੰਡੀ ਦੇ ਤੌਰ ਤੇ ਵੀ ਵਰਤਦੀ ਹੈ, ਸਾਥੀ ਦੇ ਤੌਰ ਤੇ ਵੀ ਵਰਤਦੀ ਹੈ। ਉਸ ਵਕਤ ਆ ਜਿਹੜਾ ਦੇਸ਼ ਹੈ ਇਹ ਰਸ਼ੀਆ ਦਾ ਸਟੂਜ ਸੀ, ਤੇ ਇਹਨਾਂ ਨੂੰ ਖਤਰਾ ਇਹ ਸੀ
ਕਿ ਜੇਕਰ ਇਹ ਖਿੱਤਾ ਉੱਭਰ ਕੇ ਦੇਸ਼ ਦੇ ਰੂਪ ਚ ਆ ਗਿਆ ਤਾਂ ਇਹ ਪਾਕਿਸਤਾਨ ਨਾਲ ਚੱਲੇਗਾ, ਜਾਂ ਨਾ ਵੀ ਚੱਲੇ, ਦੇਸ਼ ਨਾ ਵੀ ਬਣੇ, ਇਹ ਜਿਹੜੀ ਕੌਮ ਹੈ ਆਪਣੇ ਆਪ 'ਚ, ਜਿਵੇਂ ਅਨੰਦਪੁਰ ਸਾਹਿਬ ਦੇ ਮਤੇ 'ਚ ਵੱਧ ਅਧਿਕਾਰ ਮੰਗਦੀ ਹੈ, ਜੇ ਇਹਨੂੰ ਵੱਧ ਅਧਿਕਾਰ ਵੀ ਦੇ ਦਿੱਤੇ ਗਏ ਤਾਂ ਵੀ ਮਤਲਬ ਕਹਿਣ ਤੋਂ ਇਹ ਸਾਡੇ ਲਈ ਸਿਰਦਰਦੀ ਹੋਏਗਾ। ਇਹ ਉਹਨਾਂ ਦੀ ਭਾਸ਼ਾ ਦੇ ਵਿੱਚ ਸੀ ਤਾਂ ਉਹਨਾਂ ਨੇ ਸਾਥ ਦਿੱਤਾ। ਔਰ ਇਹ ਰਿਕਾਰਡ ਦੇ ਉੱਤੇ ਹੈ, ਤੁਸੀਂ RTI ਪਾ ਸਕਦੇ ਹੋ ਕਿ ਰਸ਼ੀਆ ਦਾ ਸੁਰੱਖਿਆ ਸਲਾਹਕਾਰ 6 ਮਹੀਨੇ ਦਿੱਲੀ ਬੈਠਾ ਰਿਹਾ, ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ। ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ 3 ਮਹੀਨੇ ਤੇ ਬਾਅਦ ਵਿੱਚ ਵੀ 3 ਮਹੀਨੇ ਪੋਜੀਸ਼ਨ ਨੂੰ ਦੇਖਦੇ ਆ। ਰਸ਼ੀਆ ਦਾ ਸੁਰੱਖਿਆ ਸਲਾਹਕਾਰ, ਕੋਈ ਹੋਰ ਸਲਾਹਕਾਰ ਨਹੀਂ, ਸੁਰੱਖਿਆ ਸਲਾਹਕਾਰ ਦਿੱਲੀ ਬੈਠਾ ਰਿਹਾ। ਦੂਜੇ ਪਾਸੇ ਆ 2-3 ਸਾਲ ਪਹਿਲਾਂ ਜਦੋਂ ਇਹ ਗੱਲ ਉੱਠੀ ਕਿ ਇੰਗਲੈਂਡ ਦਾ ਵੀ ਇਹਦੇ ਵਿੱਚ ਹੱਥ ਸੀ, ਸਾਥ ਸੀ ਇੰਡੀਆ ਦਾ, ਤਾਂ ਇੱਕ ਕਾਨੂੰਨ ਹੈ ਦੁਨੀਆ ਦਾ, ਉਹਨੂੰ ਡੀਕੋਡਿੰਗ ਕਹਿੰਦੇ ਨੇ ਸ਼ਾਇਦ, ਜਿਹਦਾ ਮਤਲਬ ਇਹ ਹੁੰਦਾ ਹੈ ਕਿ ਜੋ ਅੱਜ ਸਮਝੌਤੇ ਹੋਏ, ਜਦੋਂ ਕਿਸੇ ਘਟਨਾ ਨੂੰ ਵਾਪਰਿਆ ਨੂੰ 30 ਸਾਲ ਬੀਤ ਜਾਣ ਤਾਂ ਉਹਨੂੰ ਡੀਕੋਡਿੰਗ ਕਰ ਸਕਦੇ ਆ, ਭਾਵ ਉਹਨਾਂ ਫਾਈਲਾਂ ਨੂੰ ਜਨਤਕ ਕਰਨਾ ਹੁੰਦਾ ਹੈ। ਇਹ ਆਵਾਜ਼ ਇੰਗਲੈਂਡ ਦੀ ਪਾਰਲੀਮੈਂਟ 'ਚ ਉੱਠ ਚੁੱਕੀ ਹੈ ਵੀ ਸਿੱਖ ਇਸ ਗੱਲ ਤੇ ਸ਼ੱਕ ਕਰਦੇ ਨੇ ਕਿ ਤੁਸੀਂ ਇੰਡੀਆ ਨਾਲ ਮਿਲ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਹੈ, ਸਾਥ ਦਿੱਤਾ ਹੈ। ਪਰ ਉਹ ਗੱਲ ਅਦਾਲਤ ਤੱਕ ਪਹੁੰਚੀ ਹੈ ਇੰਗਲੈਂਡ ਦੀ, ਉਹਦੇ ਵਿੱਚ ਕੁਝ ਗੱਲਾਂ ਤਾਂ ਜਨਤਕ ਹੋਈਆਂ ਨੇ ਵੀ ਸਾਡੀ ਸਲਾਹ ਜ਼ਰੂਰ ਸੀ ਪਰ ਅਸੀਂ ਫਿਜ਼ੀਕਲੀ ਨਹੀਂ ਬੰਦੇ ਭੇਜੇ, ਪਰ ਸਾਰੀਆਂ ਫਾਈਲਾਂ ਕਿਉਂਕਿ ਜਨਤਕ ਨਹੀਂ ਹੋਈਆਂ, ਇਹ ਗੱਲ ਕੋਰਟ ਦੇ ਵਿੱਚ ਕਹਿ ਦਿੱਤੀ ਗਈ, ਕੇਸ ਚੱਲ ਰਿਹਾ ਹੈ, ਇਹ ਗੱਲ ਕਹਿ ਦਿੱਤੀ ਗਈ ਹੈ ਇੰਗਲੈਂਡ ਗਵਰਨਮੈਂਟ ਵੱਲੋਂ ਕਿ ਸਾਡੇ ਉਸ ਦੇਸ਼ ਨਾਲ ਰਿਲੇਸ਼ਨ ਖਰਾਬ ਹੋਣ ਦਾ ਖਦਸ਼ਾ ਹੈ, ਇਸ ਕਰਕੇ ਫਿਲਹਾਲ ਅਸੀਂ ਉਹ ਸਾਰੀਆਂ ਫਾਈਲਾਂ ਜਨਤਕ ਨਹੀਂ ਕਰ ਸਕਦੇ। ਜੇ ਉਹਨਾਂ ਦਾ ਕੋਈ ਰੋਲ ਨਾ ਹੁੰਦਾ ਫਿਰ ਉਹ ਜਨਤਕ ਕਰ ਦਿੰਦੇ। ਘੱਟੋ ਘੱਟ ਆਪ ਕਹਿੰਦੇ ਵੀ ਸਾਡਾ ਕੋਈ ਰੋਲ ਨਹੀਂ ਹੈ। ਇਹ ਤਾਂ ਮਾਨ ਸਾਹਿਬ ਨੂੰ ਤਾਂ ਇਹ ਵੀ ਪਤਾ ਹੈ ਵੀ M16 ਤੇ M15 ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਦੇਸ਼ ਦੇ ਅੰਦਰ ਕੰਮ ਕਰਦੀਆਂ ਨੇ ਤੇ ਜਿਹੜੀਆਂ ਦੇਸ਼ ਤੋਂ ਬਾਹਰ ਨੇ। ਇੱਥੇ M15 ਜਿਹੜੀ ਉਹਨਾਂ ਦੀ ਬ੍ਰਿਗੇਡ ਸੀ ਉਹਨੇ ਕੰਮ ਕੀਤਾ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਦੱਸਦੀਆਂ ਨੇ ਕਿ ਇਹ ਸਾਰੀ ਇੱਕ ਪਲੈਨਿੰਗ ਸੀ ਜੀ। ਪਲੈਨਿੰਗ ਪਰ ਜਿਹੜੀ ਸਿੱਖ ਲੀਡਰਸ਼ਿਪ ਹੈ, ਹਾਂ ਜੀ ਹਾਂ, ਉਹਦੀ ਜੇ ਆਪਾਂ ਗੱਲ ਕਰੀਏ, ਧਿਆਨ ਉਹਦੇ ਉੱਪਰ ਕੇਂਦਰਿਤ ਕਰ ਦਈਏ। ਜਿਵੇਂ ਤੁਸੀਂ ਦੱਸਿਆ ਵੀ ਦਿੱਲੀ ਵਿੱਚ ਜਾ ਕੇ ਐਨੀ ਮਈ ਨੂੰ ਖੁੱਲ੍ਹ ਕੇ ਕਿਹਾ ਹੈ ਵੀ ਇਹ ਸਾਥੋਂ ਨਹੀਂ ਮੰਨਦਾ ਤੇ ਕਿਰਪਾ ਕਰਕੇ ਤੁਸੀਂ ਜੋ ਕਾਰਵਾਈ ਕਰਨੀ ਕਰ ਦਿਓ। ਮੈਂ ਤੁਹਾਡੇ ਰਾਹੀਂ ਅਗਲੀ ਆਸ ਜਿਹੜੀ ਕੀ ਰੱਖੀ ਜਾ ਸਕਦੀ, ਮੈਂ ਤੁਹਾਡੇ ਰਾਹੀਂ ਇੱਕ ਗੱਲ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜੇ ਬੰਦੇ 1979 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਦਾ ਖੜਾਇਆ ਹੋਇਆ ਭਾਈ ਅਮਰੀਕ ਸਿੰਘ ਨੂੰ ਹਰਾਉਣ ਵਾਸਤੇ ਸਾਰੀ ਬਾਦਲ ਐਜ਼ ਏ ਚੀਫ ਮਿਨਿਸਟਰ ਉਮਰਾ ਨੰਗਲ ਦੇ ਪਿੱਛੇ ਆ ਕੇ ਬਹਿ ਜਾਂਦੀ ਹੈ, ਜਿਹੜਾ ਕਿ ਟਾਊਟ ਹੈ ਇੰਡੀਅਨ ਏਜੰਸੀਆਂ ਦਾ, ਉਹਦਾ ਪੋਤਰਾ ਤੱਕ ਹੁਣ ਟਾਊਟ ਸਿੱਧ ਹੋ ਗਿਆ ਹੈ, ਤੇ ਉਹ ਕਰ ਸਕਦੀ ਹੈ, ਤੇ ਉਹ ਫਿਰ ਇਸ ਵਕਤ ਜਾ ਕੇ ਮੀਟਿੰਗਾਂ ਕਿਉਂ ਨਹੀਂ ਕਰੇਗੀ? ਮੀਟਿੰਗਾਂ ਉਹਨਾਂ ਨੇ ਕੀਤੀਆਂ ਨੇ, ਇਸ ਲਈ ਕੀਤੀਆਂ ਨੇ ਕਿ ਸੰਤ ਜਰਨੈਲ ਸਿੰਘ ਕਿਸੇ ਵੀ ਹੱਦ ਤੇ ਜਾ ਕੇ ਵੀ ਸਿੱਖੀ ਤੋਂ ਨਹੀਂ ਦੂਰ ਹੋ ਸਕਦਾ। ਤੇ ਜਿਹੜੇ ਇਹ ਪੋਲੀਟੀਕਲ ਬੰਦੇ ਹੁੰਦੇ ਨੇ, ਇਹ ਕਹਿੰਦੇ ਵੀ ਸਿੱਖੀ ਵਗੈਰਾ ਕੋਈ ਚੀਜ਼ ਨਹੀਂ, ਸਾਨੂੰ ਕੁਰਸੀ ਕਿਵੇਂ ਮਿਲਦੀ ਆ ਉਹ ਗੱਲ ਕੀਤੀ ਜਾਵੇ। ਉਹ ਜਿਹੜੀ ਭਾਵਨਾ ਲੈ ਕੇ ਉਹ ਦਿੱਲੀ 'ਚ ਕਰਕੇ ਆਏ ਨੇ। ਤੇ ਆਪ ਬਾਦਲ ਸਾਹਿਬ ਆਪਣੇ ਯੂਪੀ ਵਾਲੇ ਬਾਜਪੁਰ ਵਾਲੇ ਫਾਰਮ ਚਲੇ ਗਏ, ਉਹ ਫਿਰ ਪੰਜਾਬ ਵਾਪਸ ਨਹੀਂ ਆਏ। ਉਹਨਾਂ ਨੂੰ ਪਤਾ ਸੀ ਵੀ 7 ਦਿਨਾਂ ਬਾਅਦ ਤਾਂ ਅਟੈਕ ਹੋ ਜਾਏਗਾ, ਆ ਕੁਝ ਹੋ ਜਾਣਾ। ਤੇ ਮੂੰਹ ਦਿਖਾਉਣ ਵਾਸਤੇ ਟੋੜਾ ਜਿਹੜਾ ਕਿ ਚਤਰ ਸਿਆਸਤਦਾਨ ਸੀ, ਉਹ ਦੋਨਾਂ ਪਾਸੇ ਆਪਣਾ ਰੱਖਣਾ ਚਾਹੁੰਦਾ ਸੀ, ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਵੀ, ਕਿਉਂਕਿ SGPC ਦਾ ਪ੍ਰਧਾਨ ਸੀ, ਤੇ ਸੈਂਟਰ ਨਾਲ ਤਾਂ ਗੱਲ ਕਰਕੇ ਆ ਗਿਆ, ਸੈਂਟਰ ਨਾਲ ਤਾਂ ਗੱਲ ਕਰਕੇ ਆ ਗਿਆ ਉਸ ਮੀਟਿੰਗ ਦੇ ਵਿੱਚ। ਪਰ ਇੱਥੇ ਆ ਕੇ ਫੇਸ ਦਿਖਾਉਣ ਲਈ ਆਪ ਵੀ ਦਰਬਾਰ ਸਾਹਿਬ ਇਹ ਸਕੀਮ ਬਣਾ ਕੇ ਆ ਗਿਆ ਕਿ ਮੈਨੂੰ ਤੁਸੀਂ ਕੱਢ ਲਿਓ। ਇਸ ਕਰਕੇ ਇਹ ਨਾਨਕ ਨਿਵਾਸ ਵਾਲੇ ਪਾਸੇ ਹੀ ਰਹੇ, ਅੱਗੇ ਦਰਬਾਰ ਸਾਹਿਬ ਵਾਲੇ ਪਾਸੇ ਜਿੱਥੇ ਇਹਨਾਂ ਦੇ ਗੁਰੂ ਦੀ ਬਹਿਰੂਮਤੀ ਹੋ ਰਹੀ ਸੀ, 72 ਘੰਟੇ ਤਾਂ ਉਹ ਫੌਜ ਲਗਾਤਾਰ ਲੜਦੀ ਰਹੀ ਹੈ, ਇਹਨਾਂ ਚੋਂ ਇੱਕ ਬੰਦਾ ਵੀ ਬਾਹਰ ਨਹੀਂ ਗਿਆ। ਅੱਜ ਪੂਰੇ 7 ਸਾਲ ਹੋ ਗਏ, 7 ਸਾਲ ਡੇ ਐਂਡ ਨਾਈਟ ਨੇ, ਪੂਰੇ 6 ਦਿਨ, 1 ਜੂਨ ਤੋਂ ਲੈ ਕੇ 6 ਦਿਨ 1 ਘੰਟੇ ਦੀ ਉਹਨਾਂ ਲੋਕਾਂ ਨਾਲ ਇੰਟਰਵਿਊ ਕੀਤੀ ਸੀ, ਉਹਨਾਂ ਮਿਲਟਰੀ ਅਫਸਰਾਂ ਨਾਲ, ਉਹਨਾਂ ਪੋਲੀਟੀਕਲ ਬੰਦਿਆਂ ਨਾਲ ਇੰਟਰਵਿਊਜ਼ ਕੀਤੇ ਸੀ। ਕੰਵਰ ਸੰਧੂ ਨੇ, ਜਦੋਂ ਉਹਨਾਂ ਦਾ ਡੇ ਐਂਡ ਨਾਈਟ ਹੁੰਦਾ ਸੀ, ਬਾਅਦ ਬਾਦਲਾਂ ਨੇ ਖਤਮ ਕਰਾਤਾ, ਕਿ ਕਿਹੜੇ ਬੰਦੇ ਦਾ ਕੀ ਰੋਲ ਸੀ। ਉਹਦੇ 'ਚ ਇੱਕ ਐਪੀਸੋਡ ਇਹ ਗੱਲ ਕਹਿੰਦਾ ਹੈ, ਕਰਨਲ ਸ਼ਰਮਾ ਦੱਸਦੇ ਨੇ। ਹਾਂ, ਇਸ ਤੋਂ ਪਹਿਲਾਂ ਜੇ ਮੈਂ ਇਹ ਗੱਲ ਕਰ ਲਵਾਂ ਕਿ ਉਹ ਗੱਲ ਆਪਣੀ ਚੱਲੀ ਤਾਂ ਨਹੀਂ ਹੈਗੀ,
ਕਿ ਜਿਹੜੇ ਅੰਦਰਲੇ ਹਾਲਾਤ ਸੀ ਦਰਬਾਰ ਸਾਹਿਬ ਤੋਂ ਹਮਲੇ ਤੋਂ ਪਹਿਲਾਂ, ਉਹਦੇ ਵਿੱਚ ਇੱਕ ਸ਼ਖਸੀਅਤ ਸੀ ਬੀਬੀ ਅਮਰਜੀਤ ਕੌਰ। ਬੀਬੀ ਅਮਰਜੀਤ ਕੌਰ ਜੀ ਭਾਈ ਫੌਜਾ ਸਿੰਘ ਜਿਹੜੇ ਸ਼ਹੀਦ ਹੋ ਗਏ ਸੀ 1978 ਦੇ ਵਿੱਚ, ਉਹਨਾਂ ਦੇ ਮਿਸਿਸ ਸੀਗੇ ਜੀ, ਉਹ ਵੀ ਲੌਂਗੋਵਾਲ ਜੁੰਡਲੀ ਚ ਆ ਗਏ। ਮੈਂ ਇੰਨੀ ਗੱਲ ਕਰਾਂਗਾ, ਜੇ ਅਗਲਾ ਸਵਾਲ ਚੱਲਿਆ ਫਿਰ ਮੈਂ ਕਰਾਂਗਾ, ਉਹ ਵੀ ਆ ਗਏ। ਹੁਣ ਇਹਦਾ ਸਬੂਤ ਕਿੱਥੋਂ ਮਿਲਦਾ ਹੈ? ਤੁਸੀਂ ਉਸ ਐਪੀਸੋਡ ਨੂੰ ਸੁਣੋ। ਕਰਨਲ ਸ਼ਰਮਾ ਆਪ ਬੋਲ ਕੇ ਕਹਿ ਰਿਹਾ ਹੈ ਕਿ ਮੈਨੂੰ ਉੱਪਰੋਂ ਹੁਕਮ ਆਇਆ ਕਿ ਤੂੰ ਆਹ 6 ਬੰਦੇ ਨੇ, ਆਹ 6 ਬੰਦਿਆਂ ਨੂੰ ਬਖਤਰਬੰਦ ਗੱਡੀ ਦੇ ਵਿੱਚ ਲੈ ਕੇ ਆਣਾ ਹੈ, ਤੇਰੀ ਡਿਊਟੀ ਇਹ ਹੈ ਬਸ। ਕਿਹੜੇ ਕਿਹੜੇ? ਗੁਰਚਰਨ ਸਿੰਘ ਟੋੜਾ, ਹਰਚੰਦ ਸਿੰਘ ਲੌਂਗੋਵਾਲ, ਬਲਵੰਤ ਸਿੰਘ ਰਾਮੂਵਾਲੀਆ, ਭਾਨ ਸਿੰਘ ਸੈਕਟਰੀ, ਅਬਨਾਸ਼ੀ ਸਿੰਘ ਸੈਕਟਰੀ, ਤੇ ਇੱਕ ਬਲਵੰਤ ਸਿੰਘ ਤਾਂ ਨਹੀਂ ਸੀ ਅੰਦਰ, ਇੱਕ ਹੋਰ ਹੈ। ਇਹ 6 ਬੰਦਿਆਂ ਦੀ ਲਿਸਟ ਸੀਗੀ ਜੀ। ਕਰਨਲ ਕਰਨਲ ਸ਼ਰਮਾ ਆਪ ਆ ਕੇ ਬੋਲਦਾ ਹੈ ਕੈਮਰੇ ਦੇ ਅੱਗੇ, ਜਿਵੇਂ ਮੈਂ ਬੋਲ ਰਿਹਾ ਕਿ ਮੇਰੀ ਡਿਊਟੀ ਸੀ, ਮੈਂ ਆਪਣੀ ਡਿਊਟੀ ਦੇ ਹਿਸਾਬ ਨਾਲ ਲੰਗਰ ਵਾਲੇ ਪਾਸਿਓਂ ਗਿਆ, ਮੈਂ ਆਪਣੀ CID ਦੇ ਹਿਸਾਬ ਨਾਲ ਉਸ ਕਮਰੇ 'ਚ ਗਿਆ। ਇੱਕ ਕਮਰੇ 'ਚ ਲੌਂਗੋਵਾਲ ਸੀ ਤੇ ਟੋੜਾ ਦੂਜੇ, ਇਹ ਦੋਨੋਂ ਇੱਕ ਕਮਰੇ 'ਚ ਨਹੀਂ ਸੀ। ਟੋੜੇ ਵਾਲੇ ਕਮਰੇ ਵਿੱਚ ਰਾਮੂਵਾਲੀਆ ਸੀ। ਜਦੋਂ ਕਹਿੰਦੇ ਮੈਂ ਲੌਂਗੋਵਾਲ ਵਾਲੇ ਕਮਰੇ 'ਚ ਗਿਆ ਤਾਂ ਉਹਦਾ ਪਹਿਲਾ ਸਵਾਲ ਸੀ, ਮਰ ਗਿਆ ਕਿ ਹੈਗਾ? ਇਹ ਗੱਲ ਮੈਂ ਅੱਜ ਕਹਿ ਰਿਹਾ, ਪਰ ਇਹ ਡੇ ਨਾਈਟ 7 ਸਾਲ ਪਹਿਲਾਂ ਕਹਿ ਚੁੱਕਾ ਹੈ। ਕਰਨਲ ਸ਼ਰਮਾ ਆਪ ਕਹਿੰਦਾ ਵੀ ਮੈਨੂੰ ਕਹਿੰਦੇ ਵੀ ਸ਼ਰਮਾ ਜੀ ਉਧਰ ਇਸ਼ਾਰਾ ਕਾਲ ਤੱਕ ਸਾਲ ਪਾਸ ਇਸ਼ਾਰਾ ਕਰਕੇ, ਹੈਗਾ ਕਿ ਮਰ ਗਿਆ? ਕਹਿੰਦਾ ਸੇਮ ਸਵਾਲ ਜਦੋਂ ਮੈਂ ਉਹਨੂੰ ਕਿਹਾ ਗੱਡੀ ਚਲੋ ਜੀ, ਮੈਂ ਦੂਜੇ ਪਾਸੇ ਟੋੜੇ ਵਾਲੇ ਕਮਰੇ 'ਚ ਗਿਆ ਜਿੱਥੇ ਰਾਮੂ ਵਾਲੇ ਬੈਠਾ ਸੀ, ਉਹਨੇ ਵੀ ਇਹੀ ਗੱਲ ਕਹੀ ਕਿ ਉਹ ਹੈਗਾ ਕਿ ਮਰ ਗਿਆ। ਹਾਂ, ਕਹਿੰਦਾ ਮੈਨੂੰ ਆ ਗਿਆ ਗੁੱਸਾ। ਕਰਨਲ ਕਹਿ ਰਿਹਾ ਹੈ, ਕਹਿੰਦਾ ਸਰਦਾਰ ਸਾਹਿਬ ਤੁਹਾਨੂੰ ਸਵਾਲ ਜਵਾਬ ਕਰਨ ਦੀ ਮੇਰੇ ਨਾਲ ਕੋਈ ਲੋੜ ਨਹੀਂ, ਮੇਰੀ ਡਿਊਟੀ ਸਿਰਫ ਤੁਹਾਨੂੰ ਲੈ ਕੇ ਜਾਣੀ ਤੇ ਤੁਹਾਡੇ ਸਵਾਲਾਂ ਦਾ ਜਵਾਬ ਦੇਣਾ ਨਹੀਂ। ਉਧਰ ਐਡਾ ਵੱਡਾ ਯੁੱਧ ਚੱਲ ਰਿਹਾ ਹੈ ਵੀ ਮੇਰੀ ਕੀ ਜ਼ਰੂਰਤ ਹੈ ਮੈਂ ਉਧਰ ਜਾ ਕੇ ਦੇਖਾਂ ਕੀ ਹੋਇਆ ਕੀ ਨਹੀਂ ਹੋਇਆ। ਇਹ ਜਵਾਬ ਕਰਨਲ ਸ਼ਰਮਾ ਦੇ ਨੇ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਇਹਨਾਂ ਨੂੰ ਬਖਤਰਬੰਦ ਗੱਡੀ ਚੋਂ ਕੱਢ ਕੇ ਲੈ ਕੇ ਜਾਣ ਦੀ। ਹੁਣ ਮੈਂ ਆਇਆ ਅਮਰਜੀਤ ਵਾਲੀ ਬੀਬੀ ਜੀ ਅਮਰਜੀਤ ਕੌਰ ਜੀ ਦੀ ਗੱਲ ਤੇ। ਲੀਡਰਸ਼ਿਪ ਦਾ ਰੋਲ ਸੀ, ਆਹ ਰੋਲ ਸੀ। ਇੱਥੋਂ ਸਾਰੇ ਅੰਦਾਜ਼ੇ ਲੱਗ ਜਾਣਗੇ ਸਾਨੂੰ ਨੂੰ। ਬਖਤਰਬੰਦ ਗੱਡੀ ਆ ਗਈ, ਲਿਸਟ ਦੇਖ ਕੇ ਉਹਨਾਂ ਨੇ ਫालतू ਬੰਦਾ ਨਹੀਂ, ਕੋ ਬੰਦੇ ਤਾਂ ਕਈ ਸੀ ਨਾ ਜਿਹੜੇ ਬਾਹਰ ਜਾਣਾ ਚਾਹੁੰਦੇ ਸੀ ਇੰਨੀ ਭਿਆਨਕ ਲੜਾਈ ਦੇ ਵਿੱਚ। ਗੁਰਚਰਨ ਸਿੰਘ MA ਇਸ ਤੋਂ 1 ਘੰਟਾ ਪਹਿਲਾਂ ਸਿੱਧੇ ਰੂਪ 'ਚ ਮੈਂ ਕਹਾਂਗਾ ਫੈਡਰੇਸ਼ਨ ਦੇ ਬੰਦਿਆਂ ਨੇ ਮਾਰਤਾ। ਸੰਤਾਂ ਦਾ ਹੁਕਮ ਸੀ ਵੀ ਜੇ ਹੋਰ ਕੋਈ ਲੰਘੇ ਇਹ ਨਹੀਂ ਬਚ ਕੇ ਲੈਣਾ ਚਾਹੀਦਾ, ਇਹਨੇ ਮੇਰਾ ਸੋਢੀ ਮਰਵਾਇਆ। ਅੱਛਾ, ਸੰਤਾਂ ਨੂੰ ਪਤਾ ਸੀ ਇਸ ਗੱਲ ਦਾ? ਪਤਾ, ਉਹ ਤਾਂ ਕਾਤਲ ਕਹਿ ਗਏ ਸੀ, ਉਹ ਤਾਂ ਪਹਿਲਾਂ 8 ਮਹੀਨੇ 10 ਮਹੀਨੇ ਪਹਿਲਾਂ ਗੱਲ ਹੋ ਗਈ ਸੀ, ਪਰ ਉਹਨਾਂ ਨੂੰ ਇਹ ਤਾਂ ਪਤਾ ਸੀ ਵੀ ਉਹ ਵੀ ਉੱਧਰ ਹੈ। ਉਹ ਤਾਂ 1 ਘੰਟਾ ਪਹਿਲਾਂ ਨਾਨਕ ਨਿਵਾਸ ਵਾਲੇ ਪਾਸਿਓਂ, ਨਾਨਕ ਨਿਵਾਸ ਤੋਂ ਅਗਲੀ ਬਿਲਡਿੰਗ ਤੋਂ ਗੁਰੂ ਰਾਮਦਾਸ ਸਰਾਂ ਉਸ ਟਾਈਮ ਜਿਹੜੀ ਹੁੰਦੀ ਸੀ ਪੁਰਾਣੀ, ਹੁਣ ਵੀ ਹੈ, ਉੱਥੋਂ ਫਾਇਰਿੰਗ ਕਰਕੇ ਉਹਨੂੰ ਮਾਰਿਆ ਸੀ। ਉਹ ਵੀ ਭੱਜਣ ਦੇ ਮੂਡ ਸੀ, ਬੈਠਣ ਦੇ ਮੂਡ। ਅੱਛਾ, ਉਹਨੂੰ ਉਦੋਂ ਖਤਮ ਕਰ ਦਿੱਤਾ, ਖਤਮ ਕਰਤਾ ਸੀ ਫੈਡਰੇਸ਼ਨ ਨੇ ਖਤਮ ਕੀਤਾ। ਡਿਊਟੀ ਲੱਗੀ ਸੀ ਫੈਡਰੇਸ਼ਨ। 6 ਬੰਦੇ ਜਦੋਂ ਬੈਠਣ ਲੱਗੇ ਤਾਂ ਬੈਠ ਕੇ ਉਹ ਪੂਰੇ ਹੋ ਗਏ। ਜਿਹੜੀ ਉਹਨਾਂ ਦੀ ਬਖਤਰਬੰਦ ਗੱਡੀ ਹੁੰਦੀ ਆ ਉਹਦੇ ਇੱਧਰ ਤੇ ਇੱਧਰ ਐਂਬੂਲੈਂਸ ਵਰਗੀਆਂ ਸੀਟਾਂ ਸੀ। ਪਰ ਬੀਬੀ ਅਮਰਜੀਤ ਕੌਰ ਕਹਿੰਦੀ ਲੌਂਗੋਵਾਲ ਨੂੰ ਵੀ ਮੈਨੂੰ ਵੀ ਲੈ ਕੇ ਜਾਓ। ਲੌਂਗੋਵਾਲ ਦੀ ਇੰਨੀ ਹਿੰਮਤ ਨਹੀਂ ਸੀ ਵੀ ਉਹ ਕਰਨਲ ਨੂੰ ਕਹੇ ਕਿ ਤੁਸੀਂ ਬੀਬੀ ਜੀ ਨੂੰ ਵੀ ਚੜਾ ਲਓ। ਉਹਨੇ ਰਿਕੁਐਸਟ ਕੀਤੀ ਵੀ ਬੀਬੀ ਜੀ, ਉਹ ਕਹਿੰਦਾ ਮੇਰੀ ਲਿਸਟ 'ਚ ਨਾਮ ਨਹੀਂ ਹੈਗਾ। ਹੁਣ ਇੱਥੇ ਪੰਗਾ ਪੈ ਗਿਆ। ਇਹ ਗੱਲ ਕੈਮਰੇ ਇੱਕ ਸਵਾਲ ਹੈ ਮਨ ਦੇ ਵਿੱਚ, ਇਹਦਾ ਮਤਲਬ ਸਰਕਾਰ ਲਿਸਟ ਜਾਰੀ ਕਰਦੀ ਹੈ ਵੀ ਆਹ ਬੰਦੇ ਮੇਰੇ ਨੇ, ਬਸ ਤੁਸੀਂ ਲੀਡਰਸ਼ਿਪ ਦੀ ਗੱਲ ਕੀਤੀ ਹੈ। ਸਰਕਾਰ ਕਹਿੰਦੀ ਹੈ ਇਹ ਸਾਡੇ ਬੰਦੇ ਨੇ, ਇਹਨਾਂ ਨੂੰ ਕੱਢ ਕੇ ਲਿਆਓ ਬਾਹਰ, ਅੱਗੇ ਪੋਲਿਟਿਕਸ ਇਹਨਾਂ ਨਾਲ ਕਰਨੀ ਅਸੀਂ। ਹੁਣ ਸਵਾਲ ਹੈ, ਫੌਜ ਖਤਮ ਕਰਨ ਆ ਰਹੀ ਕਿ ਫੌਜ ਬਚਾਉਣ ਆ ਰਹੀ? ਬਸ ਇਹ ਲੋਕਾਂ ਨੂੰ ਲੀਡਰਸ਼ਿਪ ਨੂੰ ਬਚਾਉਣ ਆ ਰਹੀ ਹੈ ਤੇ ਉਧਰਲੇ ਪਾਸੇ ਤੁਸੀਂ ਲੀਡਰਸ਼ਿਪ ਲਫ਼ਜ਼ ਵਰਤਦੇ ਹੋ। ਮੈਂ ਕਹਿੰਦਾ ਉਸ ਵਕਤ ਦਾ ਲੀਡਰ ਤਾਂ ਅਸਲ 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਸੀ। ਸਰਕਾਰ ਨੇ ਇੱਥੇ ਕੁਤਾਹੀ ਕੀਤੀ, ਉਹ ਉਹਨਾਂ ਤੋਂ ਛੱਡ ਕੇ ਖੱਸੀ ਲੀਡਰਾਂ ਨਾਲ ਗੱਲ ਕਰਦੀ, ਹੱਲ ਵੀ ਨਹੀਂ ਨਿਕਲਾ। ਉਹ ਕੱਢਣਾ ਚਾਹੁੰਦੀ ਹੀ ਨਹੀਂ ਸੀ। ਜੇ ਹੱਲ ਕੱਢਣਾ ਚਾਹੁੰਦੀ ਹੁੰਦੀ ਉਹ ਗੱਲਾਂ ਜਿਹੜੀਆਂ ਉਹਨਾਂ ਨੇ ਇਹਨਾਂ ਖੱਸੀ ਲੀਡਰਾਂ ਨਾਲ ਕੀਤੀਆਂ ਨੇ ਉਹ ਸੰਤ ਜਰਨੈਲ ਸਿੰਘ ਨਾਲ ਕਰਦੀ ਬੈਠ ਕੇ ਵੀ ਬਾਤ, ਤੂੰ ਚਾਹੁੰਦਾ ਕੀ ਹੈ, ਤੂੰ ਸਿੱਖਾਂ ਦਾ ਕੀ ਚਾਹੁੰਦਾ ਹੈ, ਇਹ ਚੱਲ। ਕਦੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਹੈਗੀ। ਉਹਨਾਂ ਨੇ ਗੱਲ ਹੀ ਇਹਨਾਂ ਨਾਲ ਕੀਤੀ, ਤਾਂ ਹੀ ਉਹਨਾਂ ਨੂੰ ਬਚਾ ਕੇ ਬਾਹਰ ਲੈ ਗਏ। ਹੁਣ ਬੀਬੀ ਅਮਰਜੀਤ ਕੌਰ ਦੀ ਜਿਹੜੀ ਉਹ ਲਾਸਟ ਵਰਡਿੰਗ ਸੀ, ਜਿਹੜੀ ਸ਼ਰਮੇ ਨੇ ਕੈਮਰੇ ਤੇ ਆ ਕੇ ਦੱਸੀ ਹੈ, ਉਹ ਕਹਿੰਦੀ ਜੇ ਮੈਨੂੰ ਨਹੀਂ ਲਿਆਂਦਾ ਨਾ ਫਿਰ ਮੇਰੀ ਦਿੱਲੀ ਬੀਬੀ ਨਾਲ ਗੱਲ ਕਰਾ। ਬੀਬੀ ਅਮਰਜੀਤ ਕੌਰ ਜਿਹੜੀ ਉਸ ਟਾਈਮ ਬੱਬਰਾਂ ਨੂੰ ਵੀ ਹੈਡ ਕਰਦੀ ਸੀ। ਇਹ ਲਫ਼ਜ਼ ਕੈਮਰੇ ਉੱਪਰ ਸ਼ਰਮਾ ਕਰਨਲ ਕਹਿ ਗਿਆ 7 ਸਾਲ ਪਹਿਲਾਂ। ਕਿਸੇ ਨੇ ਉਸ ਤੇ ਦਾਵਾ ਨਹੀਂ ਠੋਕਿਆ ਵੀ ਤੂੰ ਝੂਠ ਬੋਲਦਾ। ਅਜੇ ਤੱਕ ਨਹੀਂ ਠੋਕਿਆ। ਅਜੇ ਤੱਕ ਨਾ ਟੀਵੀ ਤੇ ਠੋਕਿਆ,
ਨਾ ਕਰਨਲ ਸ਼ਰਮੇ ਤੇ ਥੋਕਿਆ। 7 ਸਾਲ ਅੱਜ ਪੂਰੇ ਹੋ ਗਏ ਨੇ ਇਸ ਗੱਲ ਨੂੰ ਜਨਤਕ ਹੋਇਆਂ ਨੂੰ। ਉਹ ਕਹਿੰਦੇ ਵੀ ਬੀਬੀ ਨਾਲ ਮੇਰੀ ਗੱਲ ਕਰਾ। ਫਿਰ ਸਾਰੇ ਲੀਡਰਾਂ ਨੇ ਰਿਕੁਐਸਟ ਕੀਤੀ ਪਰ ਕਿਸੇ ਨੇ ਬੈਠਣ ਲਈ ਜਗ੍ਹਾ ਆਪਣੀ ਨਹੀਂ ਦਿੱਤੀ ਕਿਉਂਕਿ ਉਹ ਪੂਰੀ ਜਗ੍ਹਾ 6 ਦੀ ਸੀ। ਬੱਲੇ ਉਹ ਗੱਲ ਜਿਹੜੀ ਕਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਕਹਿਣ ਤੇ ਪਰ ਸੱਚ ਕਹਿਣਾ ਪੈਂਦਾ ਹੈ। ਕਰਨਲ ਸ਼ਰਮਾ ਕਹਿੰਦਾ ਬੀਬੀ ਜਦੋਂ ਚੜ੍ਹਨ ਲੱਗੀ ਕੋਈ ਲੀਡਰ ਉੱਠੇ ਨਾ। ਆ ਟੋੜਾ ਆਪਣਾ ਲੌਂਗੋਵਾਲ ਰਾਮੂ ਵਾਲਿਆ ਬੈਠੇ ਸੀ, ਹਰੇਕ ਨੂੰ ਜਾਣ ਪਿਆਰੀ ਸੀ। ਕੋਈ ਨਾ ਬਈ ਮੈਨੂੰ ਨਾ ਕਿਤੇ ਬਾਹਰ ਕਹਿ ਦੇ ਵੀ ਤੂੰ ਜਾ ਬਾਹਰ ਬੀਬੀ ਬਿਠਾਣੀ ਹੈ, ਇਹ ਨਾ ਕੋਈ ਕਹਿ ਦੇ। ਸਭ ਦਾ ਇਹ ਰੋਲ ਸੀ ਉਸ ਟਾਈਮ। ਸ਼ਰਮਾ ਅੱਖੀ ਜਿਹਦੀ ਡਿਊਟੀ ਸੀ। ਫਿਰ ਬੀਬੀ ਅਮਰਜੀਤ ਕੌਰ ਨੇ ਐ ਗੱਡੀ ਫੜੀ। ਉਹ ਕਹਿੰਦਾ ਸ਼ਰਮਾ ਕਹਿੰਦਾ ਮੈਨੂੰ ਤਾਂ ਸ਼ਰਮ ਆਉਂਦੀ ਹੈ। ਕਹਿੰਦੇ ਪਿੱਛੇ ਚਿਤਣਾ ਤੇ ਬੂਟ ਲਾ ਕੇ ਮੇਰੇ ਇੱਕ ਫੌਜੀ ਨੇ ਧੱਕਾ ਮਾਰ ਕੇ ਬੀਬੀ ਅੰਦਰ ਕੀਤੀ। ਇਹ ਲਫ਼ਜ਼ ਉਹਦੇ ਨੇ। ਅੱਛਾ। ਕਹਿੰਦਾ ਪਿੱਛੇ ਬੂਟ ਲਾ ਕੇ ਮੇਰੇ ਇੱਕ ਜਵਾਨ ਨੇ ਉਹਨੂੰ ਬੀਬੀ ਨੂੰ ਧੱਕਾ ਮਾਰ ਕੇ ਉੱਪਰ ਚੜਾਇਆ ਤੇ ਦਰਵਾਜ਼ਾ ਬੰਦ ਕਰਕੇ ਅਸੀਂ ਕਿਉਂਕਿ ਸਾਡੇ ਕੋਲ ਟਾਈਮ ਵੀ ਇੰਨਾ ਕੀ ਸੀ। ਉਹ ਕਹਿੰਦਾ ਸੋ ਇਹ ਸਾਰਾ ਕੁਝ ਜਿਸ ਜਗ੍ਹਾ ਤੇ ਜਿਸ ਸਮੇਂ 'ਚ ਵਾਪਰਿਆ ਹੈ ਅਸੀਂ ਉਹਦੀਆਂ ਗੱਲਾਂ ਕਰਦੇ ਹਾਂ ਜਿਹਦਾ ਸਾਨੂੰ ਐਨਾਲਿਸਿਸ ਹੀ ਨਹੀਂ ਹੋਏਗਾ ਵੀ ਅਸਲ ਹੈ ਕੀ ਸੀ ਯਾਰ। ਕਿੱਧਰ ਸੰਤ ਜਰਨੈਲ ਸਿੰਘ ਦੀ ਗੱਲ ਕਰਦੇ ਹੋ, ਕਿੱਧਰ ਇਹਨਾਂ ਲੋਕਾਂ ਦੀ ਗੱਲ ਕਰਦੇ ਹੋ। ਸਾਰੀ ਐਸਜੀਪੀਸੀ ਇਹਨਾਂ ਨੂੰ ਦਿੱਤੀ ਹੋਈ ਹੈ, ਸਾਰੇ ਰਾਜ ਭਾਗ ਨੇ ਦਿੱਤੇ ਹੋਏ ਨੇ। ਤੇ ਅਸਲ ਵਿੱਚ ਤਾਂ ਜਿਹੜਾ ਤੁਹਾਨੂੰ ਮੈਂ 78 ਤੋਂ ਪਹਿਲਾਂ ਸਮਝੌਤੇ ਦੀ ਗੱਲ ਕਰਦਾ, ਅਸਲ ਵਿੱਚ ਤਾਂ ਬਾਦਲ ਟੋੜਾ ਜਿਹੜੇ ਸੀ ਇਹ ਸਮਝੌਤੇ ਵਾਲੇ ਸੀਗੇ। ਉਹਨਾਂ ਨੇ ਅੱਗੇ ਕੀ ਕੀਤਾ ਹੁਣ ਆਪਾਂ ਅੱਗੇ ਵੀ ਤੁਰੀਏ। 84 ਬੀਤ ਗਿਆ। ਪਰ ਮੇਰੇ ਮਨ 'ਚ ਇੱਥੇ ਸਵਾਲ ਆ ਰਿਹਾ ਜੀ। ਇੱਥੇ ਦਰਸ਼ਕ ਵੀ ਪੁੱਛਣਗੇ ਕਿ ਅੱਜ ਮੱਖੂ ਨੇ ਸਵਾਲ ਕਿਉਂ ਨਹੀਂ ਕੀਤਾ। ਜੀ ਦੱਸੋ ਜੀ। ਮੈਨੂੰ ਇੱਕ ਚੀਜ਼ ਦੱਸੀ ਜਾਵੇ, ਸਭ ਕੁਝ ਅੱਖੀ ਵੇਖਣ ਤੋਂ ਬਾਅਦ ਮੈਂ ਮੰਨ ਲਓ ਇੱਕ ਆਮ ਜਿਹਾ ਸਿੱਖ ਹਾਂ ਜਾਂ ਤੁਸੀਂ ਇੱਕ ਪਾਰਟੀ ਦੇ ਨਾਲ ਵਰਕ ਕਰਦੇ ਹੋ, ਤੁਹਾਡਾ ਕੋਈ ਸੁਪਨਾ ਕੋਈ ਮਨੋਰਥ ਹੈ, ਮੈਂ ਕੋਈ ਕਿੰਤੂ ਨਹੀਂ ਕਰਦਾ ਜੀ, ਠੀਕ ਹੈ ਜੀ। ਪਹਿਲਾਂ ਆਪਾਂ ਸਿੱਖਾਂ। ਮੰਨ ਲਓ ਮੈਂ ਛੋਟਾ ਜਿਹਾ ਆਗੂ ਹੋਵਾਂ, ਮੇਰੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਜਾਵੇ, ਮੈਨੂੰ ਨੈਤਿਕਤਾ ਦੇ ਆਧਾਰ ਦੇ ਉੱਪਰ ਹੀ ਛੱਡ ਕੇ ਪਿੱਛੇ ਆ ਜਾਣਾ ਚਾਹੀਦਾ ਵੀ ਇੰਨਾ ਕੁਝ ਮੇਰੇ ਸਾਹਮਣੇ ਹੋ ਗਿਆ ਤੇ ਹੁਣ ਮੈਨੂੰ ਉੱਥੇ ਕੁਰਸੀ ਤੇ ਬਹਿਣ ਦਾ ਕੋਈ ਹੱਕ ਨਹੀਂ, ਮੈਨੂੰ ਥੋੜਾ ਲੀਡਰ ਅਖਵਾਉਣ ਦਾ ਕੋਈ ਹੱਕ ਨਹੀਂ। ਕੁਝ ਕੁ ਦਿਨਾਂ ਦੇ ਬਾਅਦ ਇਹ ਪਹਿਲਾਂ ਤੇ ਚਲੇ ਜਾਂਦੇ ਨੇ, ਕੁਝ ਦਿਨਾਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਮਰਿਆਦਾ ਆਮ ਵਾਂਗੂ ਹੋਣ ਲੱਗਦੀ ਏ। ਉਹੀ ਮੁੜ ਕੇ ਅਕਾਲੀ ਦਲ ਦਾ ਪ੍ਰਧਾਨ ਤੇ ਉਹੀ ਮੁੜ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ। ਇਹ ਕੀ ਹੈ? ਦੇਖੋ ਜਿਹੜਾ ਤੁਸੀਂ ਕਿਹਾ ਵੀ ਉਹਨਾਂ ਨੂੰ ਨੈਤਿਕ ਤੌਰ ਤੇ ਅਸਤੀਫਾ ਦੇਣਾ ਚਾਹੀਦਾ, ਨੈਤਿਕ ਤੌਰ ਤੇ ਅਸਤੀਫਾ ਉਹ ਦਊਗਾ ਜਿਹਦੀ ਜ਼ਮੀਰ ਜਾਗਦੀ ਹੈ। ਜਿਹਦੀ ਜ਼ਮੀਰ ਹੀ ਨਹੀਂ ਜਾਗਦੀ, ਆਪ ਜਾ ਕੇ ਦਿੱਲੀ ਕਹਿ ਕੇ ਆਂਦਾ ਦਰਬਾਰ ਸਾਹਿਬ ਤੇ ਹਮਲਾ ਕਰੋ, ਤਾਂ ਉਹਨਾਂ ਤੋਂ ਅਸੀਂ ਇਹ ਆਸ ਥੋੜੀ ਕਰ ਸਕਦੇ ਹਾਂ ਵੀ ਉਹ ਤਾਂ ਚਾਲਾਂ ਖੇਡਣਗੇ ਅੱਗੇ। ਤੁਸੀਂ ਜੇ ਅੱਗੇ ਚੱਲਾਂਗੇ ਆਪਾਂ ਤਾਂ ਸਾਰਾ ਕੁਝ ਸਾਹਮਣੇ ਹੈ, ਜਨਤਕ ਹੈ। ਸਿਰਫ ਆਪਾਂ ਨੇ ਇਕੱਠੇ ਰੂਪ 'ਚ ਉਹਨੂੰ ਐਨਾਲਿਸਿਸ ਕਰਕੇ ਉਹਦਾ ਅਗਲਾ ਪ੍ਰੋਗਰਾਮ ਨਹੀਂ ਬਣਾਇਆ ਹੈ ਵੀ ਹੁਣ ਕੀ ਕਰੀਏ। ਕਿਉਂਕਿ ਇਹਨਾਂ ਨੇ ਇੱਕਦਮ ਤਾਂ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਲਿਆ। ਕੋਈ ਲੋਕਾਂ ਦੀ ਨਜ਼ਰ ਦੇ ਵਿੱਚ ਤਾਂ ਸੱਚੇ ਬਣਨ ਲਈ ਹੈ ਨਾ, ਬਈ ਅੱਛਾ ਸੰਤਾ ਫੜ ਲਿਆ ਜੀ, ਆਗੂ ਕਾਬੂ ਕਰ ਰਹੇ। ਇਹ ਗੱਲਾਂ ਤਾਂ ਅੱਜ 7 ਸਾਲ ਹੋ ਪਰ ਉਸ ਨੂੰ ਤਾਂ 36 ਸਾਲ ਹੋ ਗਏ ਨੇ ਨਾ। ਜੇ 7 ਸਾਲ ਪਹਿਲਾਂ ਇਹ ਗੱਲ ਬਾਹਰ ਆਈ ਹੈ ਤਾਂ ਮਤਲਬ ਹੈ ਕਿ 28 ਸਾਲ ਜਾਂ 29 ਸਾਲ ਪਹਿਲਾਂ ਤਾਂ ਨਹੀਂ ਆਈ ਨਾ। ਉਹ ਗੱਲਾਂ ਤਾਂ ਸਾਰੇ 29 ਸਾਲ 'ਚ ਹੋ ਗਈਆਂ। ਸੋ ਉਹਨਾਂ ਨੇ ਹੁਣ ਬਾਦਲ ਵੱਡਾ ਗਦਾਰ ਹੈ ਤੇ ਜ਼ਿਆਦਾ ਸਾਂਝ ਇਹਦੀ ਏਜੰਸੀਆਂ ਨਾਲ ਇਹਦੀ ਤੇ ਟੋੜੇ ਦੀ ਹੈ। ਇਹਨਾਂ ਨੇ ਇੱਕ ਗੇਮ ਖੇਡੀ ਕਿ ਹੁਣ ਜੇਲ੍ਹਾਂ 'ਚ ਬੰਦ ਨੇ, ਲੋਕਾਂ ਦੀ ਨਿਗਾਹ 'ਚ ਤਾਂ ਜੇਲ੍ਹਾਂ 'ਚ ਬੰਦ ਨੇ, ਪਰ ਇਹ ਤਾਂ ਗੱਲਬਾਤ ਕਰ ਰਹੇ ਨੇ ਰੈਸਟੋਰੈਂਟ 'ਚ ਬੈਠੇ। ਕਿਉਂਕਿ ਜੇ ਇੱਕਦਮ ਆ ਜਾਂਦੇ ਤਾਂ ਤੁਸੀਂ ਜਿਹੜੀ ਗੱਲ ਕਹੀ ਹੈ, ਜੋ ਤੁਹਾਡੇ ਮਨ ਦਾ ਸ਼ੰਕਾ ਹੈ ਕਿ ਇਹਨਾਂ ਨੂੰ ਤਾਂ ਪੱਥਰ ਮਾਰ ਕੇ ਲੋਕਾਂ ਨੇ ਮਾਰ ਦੇਣਾ ਸੀ ਵੀ ਤੁਸੀਂ ਕਿਉਂ ਹੱਥ ਚੁੱਕ ਕੇ। ਇਹ ਗੱਲ ਤਾਂ ਉਸ ਟਾਈਮ ਵੀ ਚੱਲਦੀ ਸੀ ਕਿ ਇਹ ਤਾਂ ਜੀ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਜਦੋਂ ਪਹਿਲਾ ਗੁੱਸਾ ਸੀ ਜੀ। ਪਰ ਇਹ ਰੈਸਟ ਹਾਊਸਾਂ ਚੋਂ ਗੱਲ ਕਰਦੇ ਕਰਦੇ ਮੈਂ ਸਪਸ਼ਟ ਕਹਿਣਾ ਕਿ ਬਰਨਾਲੇ ਨੂੰ ਇਹ ਲਾਲਚ ਮਾਰ ਗਈ ਕਿ ਮੈਂ ਇਹਨਾਂ ਦੇ ਹੁੰਦਿਆਂ ਕਦੇ ਸੀਐਮ ਤਾਂ ਬਣ ਨਹੀਂ ਸਕਦਾ, ਵੀ ਜੇ ਮੈਂ ਹੁਣ ਸੀਐਮ ਬਣ ਸਕਦਾ ਤਾਂ ਮੈਨੂੰ ਬਣ ਜਾਣਾ ਚਾਹੀਦਾ। ਪਰ ਇਹ ਸਾਰਾ ਮਨਸੂਬਾ ਬਾਦਲ ਤੇ ਟੋੜੇ ਨੇ ਕੜਿਆ। ਵਿੱਚੇ ਬਰਨਾਲਾ ਹੈ, ਵਿੱਚੇ ਬਲਵੰਤ ਸਿੰਘ ਲੱਡੂ ਹੈ, ਵਿੱਚੇ ਲੌਂਗੋਵਾਲ ਹੈ। ਇਹ ਤਿੰਨਾਂ ਨੂੰ ਬਿਨਾਂ ਜਿਵੇਂ ਆ ਅੱਜ ਸਰਸੇ ਵਾਲੇ ਸਾਧ ਨੂੰ ਬਿਨਾਂ ਮਾਫੀ ਮੰਗਿਆ ਮਾਫ ਕਰਤਾ ਜੀ ਤੇ ਅੱਗੋਂ ਦੁਨੀਆ ਦੇ ਵਿਰੋਧ ਕਰਕੇ ਉਹ ਵਾਪਸ ਵੀ ਲੈ ਲਿਆ। ਸੇਮ ਇਹ ਗੱਲ ਜਿਹੜੀ ਹੈ ਬਰਨਾਲਾ ਬਲਵੰਤ ਸਿੰਘ ਤੇ ਲੌਂਗੋਵਾਲ ਆਪ ਦਿੱਲੀ ਜਾ ਕੇ ਸਮਝੌਤਾ ਕਰਕੇ ਆਏ ਨੇ ਤੇ ਗੁਲਾਬ ਜਾਮਨ ਖਾ ਕੇ ਆਏ ਨੇ। ਆਪ ਤੁਸੀਂ ਕੌਮ ਮਰਵਾ ਲਈ, ਤੁਹਾਡੇ ਦਰਬਾਰ ਢਹਿ ਗਏ, ਤੁਹਾਡੀ ਸਿੱਖੀ ਖਤਮ ਹੋ ਰਹੀ ਹੈ। ਉਸ ਤੋਂ ਬਾਅਦ ਵੀ ਤੁਸੀਂ ਮਤਲਬ ਕਿ ਉਹ ਇੱਥੇ ਨਹੀਂ ਆਉਂਦੇ, ਤੁਸੀਂ ਦਿੱਲੀ ਜਾਂਦੇ ਹੋ। ਸੋ ਉਹਦੇ ਵਿੱਚ ਕੀ ਹੈ ਕਿ ਬਾਦਲ ਇਹ ਚਾਹੁੰਦਾ ਸੀ ਕਿ ਜਿਹੜਾ ਪਹਿਲਾ ਗੁੱਸਾ ਹੈ ਉਹ ਮੇਰੇ ਤੇ ਟੋੜੇ ਤੇ ਨਾ ਹੋਵੇ, ਉਹ
ਬਰਨਾਲੇ ਤੇ ਉਤਰ ਜਾਵੇ। ਅੱਛਾ, ਇਹ ਵੀ ਇੱਕ ਪਲੈਨਿੰਗ ਸੀ। ਬਰਨਾਲੇ ਨੂੰ ਲਾਲਚ ਸੀ ਵੀ ਮੈਂ ਸੀਐਮ ਬਣ ਨਹੀਂ ਸਕਦਾ, ਏਦਾਂ ਬਣ ਬਾਦਲ ਜਾਵਾਂ। ਆਪਣੇ ਫਾਰਮ ਹਾਊਸ ਦੇ ਵਿੱਚ ਸੀ ਯੂਪੀ। ਹਾਂ, ਉੱਥੋਂ ਫਿਰ ਇਹਨੂੰ ਗ੍ਰਿਫਤਾਰ ਕਰ ਲਿਆ ਸੀ, ਕਿਸੇ ਰੈਸਟ ਹਾਊਸ 'ਚ ਰੱਖ ਲਿਆ ਸੀ, ਆਊਟ ਆਫ ਪੰਜਾਬ। ਟੋੜੇ ਨੂੰ ਆਊਟ ਆਫ ਪੰਜਾਬ ਰੱਖਿਆ ਗਿਆ ਪਹਿਲਾਂ, ਬਾਅਦ 'ਚ ਆ ਜਿਹੜਾ ਸਾਡਾ ਪਟਿਆਲੇ ਦੇ ਨੇੜੇ ਇੱਕ ਰੈਸਟ ਹਾਊਸ ਹੈਗਾ ਹਰੀਗੜ੍ਹ ਵਗੈਰਾ, ਇੱਥੇ ਜਾਂ ਫਿਰ ਪਟਿਆਲਾ ਜੇਲ੍ਹ 'ਚ ਵੀ ਰੱਖਿਆ। ਤੇ ਸਾਰਾ ਕੁਝ ਬਾਅਦ 'ਚ ਹੋਇਆ। ਪਹਿਲੇ ਸਾਲਾਂ ਜਦੋਂ ਇਹ ਸਾਰੀ ਪਲੈਨਿੰਗ ਹੋਈ, ਕਿਉਂਕਿ ਗੁੱਸਾ ਤਾਂ ਪਹਿਲੇ ਹੀ ਜ਼ਿਆਦਾ ਸੀ ਨਾ। ਉਦੋਂ ਬਰਨਾਲੇ ਨੂੰ ਜਦੋਂ ਬਣਾਇਆ ਹੈ ਇਹਨਾਂ ਨੇ ਸੀਐਮ, ਇਹਨਾਂ ਨੇ ਇੱਕ ਰੋਸ ਜਿਹਾ ਜ਼ਾਹਿਰ ਕੀਤਾ ਵੀ ਅਸੀਂ ਸਹਿਮਤ ਨਹੀਂ ਹੈਗੇ। ਅਸਲ ਵਿੱਚ ਜਦੋਂ ਨੂੰ ਸਹੁੰ ਚੁੱਕੀ ਹੈ ਇਹ ਤਾਂ ਕੋਲ ਬੈਠੇ ਨੇ। ਉਹ ਜਿਹੜਾ ਸੀ ਸੈਂਟਰ ਨੇ ਇਹ ਵੀ ਜਸਟੀਫਾਈ ਕਰਨਾ ਸੀ, ਇਹ ਸਕੀਮ ਸੀ ਜਿਹੜੀ ਬਾਦਲ ਨੇ ਇਹ ਕਹਿ ਕੇ ਨਹੀਂ ਮੰਨੀ ਵੀ ਅਗਲੀ ਪੋਲਿਟਿਕਸ ਵਾਸਤੇ ਤੁਹਾਡੇ ਕੋਲ ਬੰਦਾ ਕੋਈ ਨਹੀਂ ਬਚੂਗਾ, ਕਿ ਦਰਬਾਰ ਸਾਹਿਬ ਤੇ ਦੁਬਾਰਾ ਹਮਲਾ ਕਰਾਉਣਾ, ਸਿੱਖਾਂ ਤੋਂ ਕਰਾਉਣਾ, ਸਿੱਖਾਂ ਦੀ ਗਵਰਨਮੈਂਟ ਤੋਂ ਕਰਾਉਣਾ ਹੈ, ਤਾਂ ਜੋ ਜਿਹੜੀ ਘਬਰਾਹਟ ਉਹਨਾਂ ਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਮਹਿਸੂਸ ਹੋਈ ਸੀ, ਜਿਹਦੇ ਚ ਇੰਦਰਾ ਗਾਂਧੀ ਵੀ ਚਲੀ ਗਈ, ਉਹਨੂੰ ਇੱਕ ਪਰਦਾ ਪਾਉਣ ਲਈ, ਜਾਂ ਵੀ ਹੁਣ ਵੀ ਤਾਂ ਮਜਬੂਰ ਹੋ ਗਏ ਜੀ, ਅਸੀਂ ਵੀ ਮਜਬੂਰ ਹੋ ਗਏ ਸੀ। ਆਪਰੇਸ਼ਨ ਕਾਲੀ ਗਰਜ ਜਿਹਨੂੰ ਬਲੈਕ ਥੰਡਰ ਕਹਿੰਦੇ ਨੇ, ਬਰਨਾਲੇ ਦੀ ਸਰਕਾਰ ਤੋਂ, ਬਰਨਾਲੇ ਤੋਂ ਕਰਵਾਇਆ ਗਿਆ। ਇਸ ਚੀਜ਼ ਤੋਂ ਬਾਦਲ ਬਚਣਾ ਚਾਹੁੰਦਾ ਸੀ, ਉਹਨੂੰ ਪਤਾ ਸੀ ਵੀ ਇਹ ਕੁਝ ਹੋਊਗਾ, ਸੋ ਉਹ ਆਪ ਪਾਸੇ ਰਹਿ ਕੇ ਇਹ ਸਾਰਾ ਕੁਝ ਬਰਨਾਲੇ ਤੋਂ ਕਰਾ ਗਿਆ। ਤੇ ਮੈਂ ਤੁਹਾਨੂੰ ਇੱਕ ਚਸ਼ਮਦੀਦ, ਤੁਸੀਂ ਲੀਡਰਸ਼ਿਪ ਦੀ ਗੱਲ ਕੀਤੀ ਹੈ, ਕੋਈ 2-2.5 ਸਾਲ ਬਾਅਦ ਜਦੋਂ ਲੌਂਗੋਵਾਲ ਜਨਤਕ ਤੌਰ ਤੇ ਆਉਣ ਲੱਗਿਆ, ਮੈਂ ਯੂਨੀਵਰਸਿਟੀ 'ਚ ਪੜ੍ਹਦਾ ਸੀ ਤੇ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਉਹਨੇ ਬੋਲਣਾ ਸੀ। ਅੱਜ ਇਸ ਦੁਨੀਆ 'ਚ ਨਹੀਂ ਹੈ। ਮੇਰਾ ਦੋਸਤ ਜਗਰੂਪ ਸਿੰਘ ਲੁਬਾਣੇ ਵਾਲੀ, ਮੁਕਤਸਰ ਦੇ ਨਾਲ ਪਿੰਡ ਹੈ, ਅਸੀਂ ਯੂਨੀਵਰਸਿਟੀ ਵੱਲੋਂ ਇਕੱਠੇ ਹੋ ਕੇ ਫੈਡਰੇਸ਼ਨ ਦੇ ਮੁੰਡੇ ਗਏ ਵੀ ਇਹਨੂੰ ਬੋਲਣ ਨਹੀਂ ਦੇਣਾ। ਮਤਲਬ ਕਹਿਣ ਤੋਂ ਰੋਸ ਪੂਰਾ ਸੀ, ਲੋਕ ਆ ਗਏ। ਅਸੀਂ ਜਦੋਂ ਇਹ ਲੌਂਗੋਵਾਲ ਬੋਲਣ ਲੱਗਾ, ਮੈਂ ਉੱਥੇ ਖੜਾ ਸੀ, ਮੇਰੇ ਦੋਸਤਾਂ ਨੇ ਇਹਨੂੰ ਫੜ ਕੇ ਉਤਾਰਨ ਦੀ ਕੋਸ਼ਿਸ਼ ਕੀਤੀ। ਚੰਦੂ ਮਾਜਰਾ, ਦਰਬਾਰਾ ਸਿੰਘ ਸਿਉਣਾ, ਇੱਕ ਆਹ ਬਾਗੜੀਆਂ ਦਾ ਮੁੰਡਾ, ਮੈਨੂੰ ਨਾਂ ਨਹੀਂ ਯਾਦ ਰਿਹਾ, ਸਰਹੰਦ ਰੋਡ ਤੇ ਪਿੰਡ ਹੈ, ਇਹ 5 ਮੁੰਡਿਆਂ ਨੇ ਸਾਡੇ ਸਾਰੇ ਮੁੰਡਿਆਂ ਤੇ ਕਿਰਪਾਨਾਂ ਨਾਲ ਹਮਲਾ ਕਰਤਾ। ਤੇ ਜਿੱਥੇ ਉੱਥੇ ਸਟੇਜ ਲੱਗਦੀ ਹੁੰਦੀ ਸੀ, ਉੱਥੇ ਖਾਲਸਾ ਕਾਲਜ ਹੁੰਦਾ ਸੀ ਪਹਿਲਾਂ, ਆਮ ਦੁਨੀਆ ਨੂੰ ਨਹੀਂ ਪਤਾ। ਸਾਡਾ ਮੁੰਡਾ ਉਹ ਕੰਨ ਟੱਪਣ ਲੱਗਿਆ, ਜਗਰੂਪ, ਤਾਂ ਉਹਦੀ ਬਾਹ ਇੱਧਰ ਰਹਿ ਗਈ ਤੇ ਉਹ ਉੱਧਰ ਟੱਪ ਗਿਆ, ਉਹ ਕੜਕ ਕਰਕੇ ਟੁੱਟ ਗਈ। ਇਹ ਉਸ ਦਿਨ ਦੀ ਗੱਲ ਹੈ ਜਦੋਂ ਲੌਂਗੋਵਾਲ ਪਹਿਲੀ ਵਾਰ ਗੁਰਦੁਆਰਾ ਦੁਖਨਿਵਾਰਨ ਸਾਹਿਬ ਬੋਲਣ ਲੱਗਿਆ। ਅਸੀਂ ਵਿਰੋਧ ਕੀਤਾ, ਅਸੀਂ ਵੀ, ਲੋਕਾਂ ਨੇ ਵੀ ਸਾਡਾ ਸਾਥ ਦਿੱਤਾ, ਪਰ ਇਹਨਾਂ ਨੇ ਗੁੰਡੇ ਰੱਖੇ ਹੋਏ ਸੀ, ਪੁਲਸੀਏ ਚਟਕਪੜੀਏ ਸੀਗੇ ਸਾਰੇ, ਉਹਨਾਂ ਨੇ ਸਾਡੇ ਤੇ ਅਟੈਕ ਕਰਤਾ। ਰਾਤ ਨੂੰ ਮੈਂ ਮਤਲਬ ਕਿ ਰਜਿੰਦਰਾ ਹਸਪਤਾਲ ਉਹਦਾ ਪਲਸਤਰ ਲਵਾਇਆ, ਉਹ ਠੀਕ ਨਹੀਂ ਲੱਗਿਆ, ਆਪਣੇ ਘਰੇ ਰੱਖ ਕੇ CID ਮੇਰੇ ਘਰੇ ਆ ਗਈ। ਤਾਂ ਮੈਂ ਕਾਰ ਕਰਾ ਕੇ, ਉਹਦੇ ਭਰਾ ਨੇ ਮੈਨੂੰ ਕਿਹਾ ਵੀ ਤੁਸੀਂ ਸਾਡੇ ਕੋਲ ਇੱਥੇ ਮੁਕਤਸਰ ਭੇਜ ਦਿਓ, ਅਸੀਂ ਠੀਕ ਕਰਾ ਲੈਂਦੇ। ਇਹ ਸਾਰੀਆਂ ਵਾਰਦਾਤਾਂ ਜਿਹੜੀਆਂ ਜਾਂ ਘਟਨਾਵਾਂ ਨੇ, ਇਹ ਦੱਸਦੀਆਂ ਨੇ ਕਿ ਪਹਿਲੇ ਸਾਲਾਂ ਦੇ ਵਿੱਚ ਲੀਡਰਸ਼ਿਪ ਨੂੰ ਸਵੀਕਾਰ ਨਹੀਂ ਕੀਤਾ, ਤੇ ਆਖਰ ਫਿਰ ਲੌਂਗੋਵਾਲ ਦਾ ਜੋ ਹੋਇਆ ਉਹ ਵੀ ਉਸੇ ਗੁੱਸੇ ਚੋਂ ਹੀ ਹੋਇਆ ਵੀ ਤੁਸੀਂ ਸਾਰੀ ਕੌਮ ਜਾ ਕੇ ਦਿੱਲੀ ਵੇਚ ਆਏ, ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਹੈ? ਤੁਸੀਂ, ਇਹ ਲੀਡਰਸ਼ਿਪ ਦਾ ਉਸ ਸਮੇਂ ਦਾ ਰੋਲ ਸੀ, ਕਿਉਂਕਿ ਇਹ ਲੀਡਰਸ਼ਿਪ ਚਾਹੁੰਦੀ ਤੇ ਬਹੁਤ ਕੁਝ ਬੈਟਰ ਹੋ ਸਕਦਾ ਸੀ। ਅਸੀਂ ਇਹ ਨਹੀਂ ਕਹਿੰਦੇ, ਇਹ ਹੋਣਾ ਤਾਂ ਸੀ ਮੱਖੂ ਸਾਹਿਬ, ਜੇ ਜਿਹੜੀ ਲੀਡਰਸ਼ਿਪ ਹੈ ਨਾ, ਉਹ ਵਾਕਈ ਸਿੱਖ ਲੀਡਰਸ਼ਿਪ ਹੁੰਦੀ, ਉਹ ਸਿੱਖ ਲੀਡਰਸ਼ਿਪ ਨਹੀਂ ਸੀ, ਸਿੱਖਾਂ ਨੂੰ ਵੇਚ ਕੇ ਆਪਣੀਆਂ ਕੁਰਸੀਆਂ ਬਰਕਰਾਰ ਰੱਖਣ ਵਾਲੀ ਲੀਡਰਸ਼ਿਪ ਸੀ। ਇਸ ਕਰਕੇ ਉਹਨਾਂ ਨੇ ਭਿੰਡਰਾਂ ਵਾਲੇ ਤੋਂ ਦਾ ਵਸ ਚੱਲਦਾ ਨਹੀਂ ਸੀ, ਬਾਕੀ ਲੋਕਾਂ ਨੂੰ ਉਹ ਮੂਰਖ ਬਣਾ ਸਕਦੇ ਸੀ, ਤਾਂ ਹੌਲੀ ਹੌਲੀ ਬਣਾਇਆ। ਤੁਸੀਂ ਇੱਕ ਗੱਲ ਸੋਚੋ ਵੀ ਲੀਡਰ ਹੈਗਾ 78 ਚ, ਚੀਫ ਮਿਨਿਸਟਰ ਹੈਗਾ ਬਾਦਲ, ਫਿਰ ਬਰਨਾਲਾ ਬਣਾ ਦਿੱਤਾ ਜਾਂਦਾ 85 ਚ, 19 ਮਹੀਨੇ ਬਾਅਦ ਉਤਾਰ ਵੀ ਦਿੱਤਾ ਜਾਂਦਾ, ਪਰ ਬਾਦਲ ਉਸ ਟਾਈਮ ਫਿਰ ਗਵਰਨਰ ਰਾਜ ਆ ਜਾਂਦਾ। ਬਾਦਲ ਦੇਖ ਰਿਹਾ ਹੈ ਵੀ ਹਜੇ ਵੀ ਲੋਕਾਂ 'ਚ ਗੁੱਸਾ ਹੈ ਸਾਡੇ ਪ੍ਰਤੀ, ਅਸੀਂ ਜਨਤਕ ਤੌਰ ਤੇ ਨਾ ਆਈਏ। ਫਿਰ ਜਾ ਕੇ 99 ਵਿੱਚ ਸਾਡੀ ਸੋਚ ਵਾਲੇ ਲੋਕ ਜਿੱਤ ਜਾਂਦੇ ਨੇ। ਮੈਂ ਜਲਦੀ ਖਤਮ ਕਰਦਾ, ਤੁਹਾਨੂੰ ਲੀਡਰਸ਼ਿਪ ਦਾ ਰੋਲ ਦੱਸਦਾ। ਉਦੋਂ ਇਹ ਸਾਰੇ ਹਾਰ ਜਾਂਦੇ, ਤੁਸੀਂ ਕਹਿੰਦੇ ਲੀਡਰਸ਼ਿਪ ਸਵੀਕਾਰ ਤਾਂ ਕੀਤਾ ਨਹੀਂ ਲੋਕਾਂ ਨੇ। ਬਲਵੰਤ ਸਿੰਘ ਰਾਮੂਵਾਲੀਆ ਪਟਿਆਲਿਓਂ ਖੜਿਆ ਹੈ ਤੇ ਅਤਿੰਦਰਪਾਲ ਸਿੰਘ ਨੂੰ ਜੇਲ੍ਹ 'ਚ ਬੈਠੇ ਨੇ ਲੋਕਾਂ ਨੇ ਜਿਤਾਤਾ। ਰਾਮੂਵਾਲੀਆ ਉਸ ਵਕਤ ਕਹਿੰਦਾ ਸੀ ਵੀ ਮੈਂ 65 ਲੱਖ ਰੁਪਇਆ ਵੀ ਲਾ ਲਿਆ, ਅਕਾਲੀ ਦਲ ਦੇ 8 MLA ਵੀ ਮੇਰੇ ਨਾਲ ਸੀ ਤੇ ਮੈਂ ਫਿਰ ਹਾਰ ਗਿਆ। ਉਹ ਲੋਕ ਸਵੀਕਾਰ ਨਹੀਂ ਸੀ ਕਰ ਰਹੇ। 99 'ਚ ਤਾਂ ਇਹ ਹੋਇਆ। ਮੈਂ ਤੁਹਾਨੂੰ ਜਲਦੀ ਨਾਲ ਤੁਹਾਨੂੰ ਸਮਝਾਉਣਾ ਤਾਂ ਜੋ ਪਤਾ ਲੱਗ ਜੇ ਆਪਾਂ ਨੂੰ ਵੀ ਲੀਡਰਾਂ ਨੂੰ ਸਵੀਕਾਰ ਨਹੀਂ ਕੀਤਾ। 91 ਦੀ ਇਲੈਕਸ਼ਨ ਆ ਗਈ। 91 ਦੀ ਇਲੈਕਸ਼ਨ ਦੇ ਵਿੱਚ ਵੀ ਸਾਡੇ ਵਾਲੀ ਸੋਚ ਜਿਹੜੀ ਹੈ, ਸੰਤਾਂ ਵਾਲੀ ਸੋਚ ਕਹਿ ਲਓ ਜਾਂ ਸੱਚੀ ਸਿੱਖ ਸੋਚ ਜਿਹੜੀ ਆ, ਉਹ ਫਿਰ ਅੱਗੇ ਆ ਰਹੀ ਸੀ। ਉਸ ਵਕਤ ਇੱਕ ਗੈਰ ਕਾਨੂੰਨੀ ਕਾਰਵਾਈ ਕੀਤੀ ਜਿਹੜੀ ਅੱਜ ਤੱਕ ਜਨਤਕ ਨਹੀਂ ਹੋ ਸਕੀ। ਨਰਸਿਮਹਾ ਰਾਓ ਪ੍ਰਧਾਨ ਮੰਤਰੀ ਬਣਨ ਲਈ ਕਾਂਗਰਸ ਦਾ ਲੀਡਰ ਚੁਣਿਆ ਗਿਆ।
ਕਾਨੂੰਨ ਇਹ ਕਹਿੰਦਾ ਹੈ ਕਿ ਜਦੋਂ ਇਲੈਕਸ਼ਨਾਂ ਹੋ ਕੇ ਹਟਣ, ਲੋਕ ਸਭਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਾਰਟੀ ਹੁੰਦੀ ਹੈ ਉਹ ਆਪਣਾ ਇੱਕ ਲੀਡਰ ਚੁਣੇ ਤੇ ਰਾਸ਼ਟਰਪਤੀ ਨੂੰ ਲਿਖ ਕੇ ਦੇਵੇ ਵੀ ਆ ਇੰਨੇ ਐਮਪੀ ਇਹਦੇ ਨਾਲ ਨੇ, ਸਾਡਾ ਲੀਡਰ ਇਹ ਹੈ। ਉਸ ਤੋਂ ਬਾਅਦ ਉਹਨੂੰ ਫਿਰ ਰਾਸ਼ਟਰਪਤੀ ਸੱਦਾ ਦਿੰਦਾ ਵੀ ਤੁਸੀਂ ਆ ਕੇ ਸਹੁੰ ਚੁੱਕ ਲਓ। ਇਹ ਦੋ ਕਾਨੂੰਨੀ ਕਾਰਵਾਈਆਂ ਨੇ ਜਿਸ ਤੋਂ ਬਾਅਦ ਕੋਈ ਬੰਦਾ ਪ੍ਰਧਾਨ ਮੰਤਰੀ ਬਣਦਾ ਹੈ ਤੇ ਪ੍ਰਧਾਨ ਮੰਤਰੀ ਦੇ ਅਧਿਕਾਰ ਪ੍ਰਾਪਤ ਕਰਦਾ ਹੈ। ਪਰ ਨਰਸਿਮਹਾ ਰਾਓ ਦੇ ਕੇਸ 'ਚ ਇੱਕ ਕੰਮ ਪੂਰਾ ਹੋ ਗਿਆ ਸੀ, ਇੱਕ ਨਹੀਂ ਸੀ ਹੋਇਆ, ਪਰ ਫਿਰ ਵੀ ਉਹਨੂੰ ਪ੍ਰਧਾਨ ਮੰਤਰੀ ਦੇ ਤੌਰ ਤੇ ਉਹਦੀ ਐਡਵਾਈਸ ਮੰਨ ਕੇ ਪੰਜਾਬ 'ਚ 7 ਘੰਟੇ ਪਹਿਲਾਂ ਇਲੈਕਸ਼ਨ ਕੈਂਸਲ ਕਰਤੀ 91 ਦੇ ਵਿੱਚ, ਕਿਉਂਕਿ ਸਿਮਰਨਜੀਤ ਸਿੰਘ ਮਾਨ ਤੇ ਉਹਦੀ ਪਾਰਟੀ ਚੀਫ ਮਿਨਿਸਟਰ ਬਣ ਰਹੀ ਸੀ। ਉਹਨਾਂ ਨੂੰ ਦਰਕਾਰ ਰਹੇ ਸੀ ਲੋਕ, ਜਿਹਨਾਂ ਨੂੰ ਆਪਾਂ ਲੀਡਰ ਕਹਿੰਦੇ ਆ। 91 ਦੇ ਵਿੱਚ ਜੋ ਹੋਇਆ, ਨਰਸਿਮਹਾ ਰਾਓ ਲੀਡਰ ਚੁਣਿਆ ਗਿਆ। ਅਗਲੇ ਦਿਨ ਜਿਸ ਦਿਨ ਪੰਜਾਬ 'ਚ ਵੋਟਾਂ ਪੈਣੀਆਂ ਸੀ, ਉਸ ਦਿਨ ਉਸ ਨੇ ਸਹੁੰ ਚੁੱਕ ਕੇ ਪ੍ਰਧਾਨ ਮੰਤਰੀ ਬਣਨਾ ਸੀ। ਉਹ ਵਿਚਕਾਰਲੀ ਰਾਤ ਨੂੰ ਉਹ ਪ੍ਰਧਾਨ ਮੰਤਰੀ ਨਹੀਂ ਸੀ ਜੀ। ਜਦੋਂ ਉਹਨੇ ਫੈਕਸ ਕੀਤੀ ਰਾਸ਼ਟਰਪਤੀ ਨੂੰ ਵੀ ਮੇਰੀ ਸਲਾਹ ਹੈ ਇੱਕ ਪ੍ਰਧਾਨ ਮੰਤਰੀ ਦੇ ਤੌਰ ਤੇ ਕਿ ਪੰਜਾਬ ਸਮੇਤ ਬਾਕੀ ਸੂਬਿਆਂ ਦੇ ਵਿੱਚ ਇਲੈਕਸ਼ਨ ਫਿਲਹਾਲ ਕੈਂਸਲ ਕਰਤੇ। ਉਹ ਪੰਜਾਬ ਦਾ ਇੱਕ ਬਹਾਨਾ ਬਣਾਇਆ ਨਾ, ਪੰਜਾਬ ਨੂੰ ਟਾਰਗੇਟ ਕਰਨ ਲਈ ਬਾਕੀ ਸਟੇਟਾਂ ਦੇ ਵਿੱਚ 3-4 ਸਟੇਟਾਂ ਵਿੱਚ 20 ਕਰਤੀਆਂ। ਸਾਰੇ ਪੋਲਿੰਗ ਏਜੰਟ, ਪੋਲਿੰਗ ਆਫੀਸਰ ਬਸਤੇ ਲੈ ਕੇ ਉਸ ਰਾਤ ਉੱਥੇ ਸੌਂਦੇ ਹੁੰਦੇ, ਉਹ ਪਹੁੰਚ ਚੁੱਕੇ ਸੀ। ਉਹਨਾਂ ਨੂੰ ਸਵੇਰੇ ਉੱਠ ਕੇ ਆਰਡਰ ਪਤਾ ਲੱਗਿਆ ਵੀ ਅੱਜ ਇਲੈਕਸ਼ਨ ਨਹੀਂ ਹੋਣੀ। ਸਵੇਰੇ ਰੇਡੀਓ ਬੋਲੇ। ਸੋ ਫਿਰ ਵੀ ਲੀਡਰ ਇਹਨਾਂ ਨੂੰ ਸਵੀਕਾਰ ਨਹੀਂ ਕੀਤਾ। 92 ਆ ਗਿਆ, 92 ਵਿੱਚ ਵੀ ਇਹਨਾਂ ਨੂੰ ਸਵੀਕਾਰ ਨਹੀਂ ਕਰ ਰਹੇ। CID ਰਿਪੋਰਟਾਂ ਸਾਰੀਆਂ ਸੈਂਟਰ ਕੋਲ ਜਾਂ ਸੈਂਟਰ ਰਾਹੀਂ ਇਹਨਾਂ ਕੋਲ ਆਉਂਦੀਆਂ ਸੀ ਵੀ ਅੱਜ ਵੀ ਲੀਡਰ ਕੌਣ ਆ। ਉਹ ਕਹਿੰਦੇ ਅੱਜ ਵੀ ਲੀਡਰ ਸਿਮਰਨਜੀਤ ਸਿੰਘ ਮਾਨ ਹੈ। ਉਸ ਸੋਚ ਵਾਲੇ ਲੋਕ ਨੇ, ਲੋਕ ਇਹਨਾਂ ਨੂੰ ਮਾਫ ਨਹੀਂ ਕਰ ਰਹੇ। ਇਸ ਗੱਲ ਨੂੰ ਦੇਖੋ ਤਾਂ ਸਹੀ, 84 ਤੇ 92 ਚ 6 ਤੇ 2 8 ਸਾਲ ਹੋ ਗਏ। 8 ਸਾਲ ਬਾਅਦ ਇਹਨਾਂ ਨੇ ਕਿਹਾ ਜਦ ਤੱਕ ਇਹ ਖਾੜਕੂ ਜਿੰਦੇ ਨੇ, ਇਹ ਸੰਤ ਜਰਨੈਲ ਸਿੰਘ ਜੀ ਦੀ ਗੱਲ ਕਰਦੇ ਨੇ, ਖਾਲਿਸਤਾਨ ਦੀ ਗੱਲ ਕਰਦੇ ਨੇ, ਸਿੱਖ ਸੋਚ ਦੀ ਗੱਲ ਕਰਦੇ ਨੇ, ਉਨੀ ਦੇਰ ਤੱਕ ਸਾਡੀ ਪੇਚ ਨਹੀਂ ਚੱਲਣੀ। ਇਹਨਾਂ ਨੇ ਤੁਸੀਂ ਇਹ ਗੱਲ ਬਹੁਤ ਸੁੰਦਰ ਢੰਗ ਨਾਲ ਕਹੀ ਹੈ ਵੀ ਲੋਕਾਂ ਨੇ ਸਵੀਕਾਰ ਨਹੀਂ ਕੀਤਾ ਸੀ। ਮੈਂ ਤੁਹਾਨੂੰ, ਤੁਸੀਂ ਸਾਲ ਗਿਣ ਲਿਓ, ਉਸ ਤੋਂ ਬਾਅਦ ਕਿੰਨੀ ਵਾਰੀ ਮੁੱਖ ਮੰਤਰੀ ਬਣਿਆ, ਮੈਂ ਤੁਹਾਨੂੰ ਦੱਸਦਾ ਨਾ। ਟੌੜਾ ਉਸ ਤੋਂ ਬਾਅਦ ਮਰਦੇ ਦਮ ਤੱਕ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ। ਇਹੀ ਗੱਲ ਮੈਂ ਲੌਂਗੋਵਾਲ ਨੂੰ ਸ਼ੇਰਪੁਰ ਦੇ ਵਿੱਚ ਗੋਲੀ ਮਾਰ ਕੇ ਖਤਮ ਕਰ ਦਿੱਤਾ ਗਿਆ। ਭਾਵੇਂ ਉਹਨੂੰ ਸ਼ਹੀਦ ਕਹਿ ਦੇਣ, ਭਾਵੇਂ ਕੁਝ ਕਹਿ ਦੇਣ, ਪਰ ਅੱਜ ਤੱਕ ਲੋਕਾਂ ਨੂੰ ਯਾਦ ਕਰਨਾ। ਆਪਾਂ ਗੱਲ ਕਰਦੇ ਹਾਂ, ਉਹ ਲੀਡਰ ਅੱਜ ਵੀ ਪੰਥ ਦੇ ਵਿੱਚ ਸਰੂਪੇ ਲੈਂਦੇ ਨੇ। ਬਿਲਕੁਲ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਸਾਲ ਗਿਣ ਲਿਓ, ਉਹਨੇ ਸਾਲ 'ਚ ਇਹਨਾਂ ਨੇ ਮਾਹੌਲ ਬਣਾ ਲਿਆ। ਉਹ ਬਣਾਇਆ ਕਿਵੇਂ? ਇੱਕੋ ਹੀ ਗੱਲ ਰਹਿ ਗਈ ਆਪਣੀ। 92 ਵਿੱਚ ਇਹਨਾਂ ਨੇ ਫਿਰ, ਮੈਂ ਸਿੱਧੇ ਰੂਪ 'ਚ ਅੱਜ ਕਹਿਣਾ ਕਿ ਏਜੰਸੀਆਂ ਰਾਹੀਂ ਸਾਡੇ ਦਿਸਦੇ ਖਾੜਕੂਆਂ ਨੂੰ ਕਨਵਿੰਸ ਕੀਤਾ, ਜਿਹਦੇ ਵਿੱਚ ਬੱਬਰ ਤੇ ਭਾਈ ਦਲਜੀਤ ਸਿੰਘ ਇਹ ਮੁਖੀ ਨੇ, ਜਿਨ੍ਹਾਂ ਨੇ ਬਾਈਕਾਟ ਕਰਵਾਇਆ, ਕਿਉਂਕਿ ਉਸ ਵਕਤ ਫਿਰ ਅਸੀਂ ਜਿੱਤ ਰਹੇ ਸੀ। ਬਾਈਕਾਟ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਵੀ ਰੋਲ ਆ। ਇਹ ਗੱਲ ਤੁਸੀਂ ਉਸ ਟਾਈਮ ਦੀਆਂ ਅਖਬਾਰਾਂ ਕਿਤਾਬਾਂ ਪੜ੍ਹੋ ਕਿ ਆਖਰ ਮਜਬੂਰ ਹੋ ਕੇ ਸਿਮਰਨਜੀਤ ਸਿੰਘ ਮਾਨ ਨੇ ਵੀ ਬਾਈਕਾਟ ਕੀਤਾ, ਕਿਉਂਕਿ ਖਾੜਕੂਆਂ ਨੇ ਉਹਦੇ ਬੰਦੇ ਮਾਰਨੇ ਸ਼ੁਰੂ ਕਰਤੇ ਸੀ। ਸਤਨਾਮ ਸਿੰਘ MP ਖੜਾ ਸੀ ਸਾਡਾ ਜਲੰਧਰ ਤੋਂ, ਤੇ ਬਲਦੇਵ ਸਿੰਘ ਲੰਗ ਪਟਿਆਲੇ MLA ਖੜਾ ਸੀ, ਦੋਨੇ ਮਾਰਤੇ ਸੀ। ਫਿਰ ਸਾਡੇ ਬੰਦਿਆਂ ਨੇ, ਉਸ ਵਕਤ ਦੇ ਲੀਡਰਾਂ ਨੇ ਸਲਾਹ ਕੀਤੀ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਵੀ ਸਾਰੇ ਖਾੜਕੂ ਧਿਰਾਂ ਨੇ ਮਾਨ ਨੂੰ ਲੀਡਰ ਮੰਨ ਲਿਆ, ਦੂਜੇ ਪਾਸੇ ਇਹ ਮੈਂ ਕਦੇ ਨਹੀਂ ਕਿਹਾ। ਹਾਂਜੀ, ਮੈਂ ਇਹ ਕਦੇ ਨਹੀਂ ਕਿਹਾ। ਬਿਲਕੁਲ ਮੈਂ ਸੋਚ ਦੀ ਗੱਲ, ਸੋਚ ਦੇ ਨਾਲ, ਮੈਂ ਸੋਚ ਦੀ ਗੱਲ ਕੀਤੀ। ਹੁਣ ਦੇਖੋ, ਉਸ ਸੋਚ ਵਿੱਚੋਂ ਹੀ ਤਾਂ ਏਜੰਸੀਆਂ ਬੰਦੇ ਕੱਢਦੀਆਂ ਨੇ। ਜਿਹੜੇ ਕੈਟ ਹੁੰਦੇ ਨੇ, ਕਦੇ ਉਹ ਖਾੜਕੂ ਹੁੰਦੇ ਨੇ। ਮੈਂ ਇਹਨਾਂ ਨੂੰ ਕੈਟ ਨਹੀਂ ਕਹਿੰਦਾ, ਮੈਂ ਕਿਉਂਕਿ ਮੀਡੀਆ 'ਚ ਬੋਲ ਰਿਹਾ, ਪਰ ਇਹ ਜਾਂ ਤਾਂ ਮਿਸਲੀਡ ਹੋ ਗਏ, ਬਿੱਟੂ ਤੇ ਬੱਬਰ ਜਾਂ ਤਾਂ ਮਿਸਲੀਡ ਹੋ ਗਏ ਜਾਂ ਲਾਲਚ 'ਚ ਆ ਗਏ। ਦੋ 'ਚੋਂ ਇੱਕ ਗੱਲ ਜ਼ਰੂਰ ਹੋਈ ਹੈ, ਪਰ ਇਹਨਾਂ ਦਾ ਫੈਸਲਾ ਜਿਹੜਾ ਸੀ ਅੱਜ ਤੱਕ ਅਸੀਂ ਭੁਗਤ ਰਹੇ ਹਾਂ, ਇਹਨਾਂ ਲੀਡਰਾਂ ਨੂੰ ਸਿਰ ਤੇ ਬਿਠਾਉਣ ਵਾਸਤੇ ਇਹਨਾਂ ਨੇ ਕੀਤਾ। ਕਾਰਨ ਕੀ ਸੀ ਕਿ ਬਾਈਕਾਟ ਹੋ ਗਿਆ। ਉਸ ਤੋਂ ਲੰਮਾ ਸਮਾਂ ਬਿੱਟੂ ਤੁਹਾਡੀ ਪਾਰਟੀ ਦੇ ਨਾਲ ਰਹੇ। ਲੰਮਾ ਸਮਾਂ ਨਹੀਂ ਜੀ, 8 ਮਹੀਨੇ ਰਹੇ ਨੇ। ਉਹ ਇੰਟਰਨੈਸ਼ਨਲ ਡਾਇਸਪੋਰਾ ਇਹ ਗੱਲ ਕਹਿੰਦਾ ਸੀ। ਨਹੀਂ, 92 ਤੋਂ ਬਾਅਦ ਬਿੱਟੂ ਜੀ ਕਿੰਨਾ ਚਿਰ ਤੁਹਾਡੀ ਪਾਰਟੀ ਦੇ ਨਾਲ ਰਹੇ? 92 ਤੋਂ ਬਾਅਦ ਤਾਂ ਉਹ ਹਜੇ ਉਜਾਗਰ ਹੀ ਨਹੀਂ ਸੀ ਹੋਇਆ ਨਾ। ਉਸ ਤੋਂ ਤਾਂ ਬਹੁਤ ਬਾਅਦ ਜਾ ਕੇ 2005 ਵਿੱਚ ਸਾਡੇ ਕੋਲ ਆਇਆ ਤੇ 2006 ਵਿੱਚ ਚਲਾ ਗਿਆ। 6 ਦੀਆਂ ਇਲੈਕਸ਼ਨਾਂ ਅਸੀਂ ਇਕੱਠੇ ਲੜੀਆਂ ਨੇ ਬਸ। ਚਲੋ ਖੈਰ, ਮੈਂ ਤੁਹਾਨੂੰ ਗੱਲ ਕਹਿਣਾ ਕਿ 92 ਵਾਲੇ ਬਾਈਕਾਟ ਨੇ ਇੱਕ ਵਾਰ ਫਿਰ ਇਸ ਲੀਡਰਸ਼ਿਪ ਨੂੰ ਕਰਕੇ ਇੱਕ ਮਨਸੂਬੇ ਤਹਿਤ ਬੇਅੰਤ ਸਿੰਘ ਨੂੰ ਬੁੱਚੜ ਨੂੰ CM ਬਣਾਤਾ। ਕੌਮ ਦਾ ਕਾਣ ਉਹ ਚਾਹੁੰਦਾ ਕੌਣ ਸੀ? ਉਹ ਜਿੰਨੀ ਸੈਂਟਰ ਚਾਹੁੰਦੀ ਸੀ ਉਨਾ ਹੀ ਬਾਦਲ ਚਾਹੁੰਦਾ ਸੀ ਵੀ ਜਦੋਂ ਤੱਕ ਇਹ ਸਾਰੇ ਸ਼ਹੀਦ ਨਹੀਂ ਹੋ ਜਾਣਗੇ, ਉਹਨਾਂ ਦੀ ਭਾਸ਼ਾ 'ਚ ਮਰ ਨਹੀਂ ਜਾਣਗੇ, ਅਸੀਂ ਕਿੱਥੋਂ ਕਰ ਲਾਂਗੇ। 95 ਤੱਕ 97 ਦੀ ਇਲੈਕਸ਼ਨ 'ਚ ਫਿਰ ਬਾਦਲ ਦਾ ਪਹਿਲਾ ਇਹ ਨਾਰਾ ਸੀ
ਵੀ ਮੈਂ ਹੁਣ ਬਹੁਤ ਕੁਝ ਦੇਖ ਲਿਆ, ਇਹ ਲਫ਼ਜ਼ ਸੀ ਉਹਦੇ, ਮੈਨੀਫੈਸਟੋ ਸੀ ਉਹਦਾ 97 ਦੇ ਵਿੱਚ। ਜਦੋਂ ਇਸ ਗੱਲ ਨੂੰ 13-14 ਸਾਲ ਹੋ ਗਏ ਸੀ, 14 ਸਾਲ ਦੇ ਵਿੱਚ ਬਹੁਤ ਕੁਝ ਬਦਲ ਜਾਂਦਾ ਹੈ ਜਦੋਂ ਤੁਸੀਂ ਬਾਰ-ਬਾਰ ਸਰਕਾਰਾਂ ਰਾਹੀਂ ਮਨਸੂਬੇ ਘੜਦੇ ਹੋ। ਉਸ ਵਕਤ ਉਹਨਾਂ ਨੇ ਕਿਹਾ ਵੀ ਮੈਂ ਚੀਫ ਮਿਨਿਸਟਰ ਬਣਦੇ 17 ਦਿਨਾਂ ਦੇ ਅੰਦਰ ਅੰਦਰ ਮੁੰਡਿਆਂ ਨੂੰ ਰਿਹਾ ਕਰ ਦਿਆਂਗਾ ਜੀ। ਪਰ ਅੱਜ ਤੱਕ ਉਹ 17 ਦਿਨ ਨਹੀਂ ਆਏ। ਨਹੀਂ ਆਏ। ਬੰਦੀ ਸਿੰਘਾਂ ਦੀ ਲੜਾਈ ਆਪਾਂ ਬਹੁਤ ਵੱਡੀ ਲੜਦੇ ਹਾਂ। ਬਿਲਕੁਲ ਜੀ, ਸਮੇਂ ਦੀਆਂ ਘੜੀਆਂ ਮੈਨੂੰ ਰੋਕਦੀਆਂ ਨੇ, ਤੁਹਾਡੇ ਕੋਲੋਂ ਬੜੇ ਲਾਹੇ ਲਵਾਂਗੇ। ਸੋ ਦਰਸ਼ਕੋ, ਮੈਂ ਫਿਰ ਬੇਨਤੀ ਕਰਦੇ ਹਾਂ, ਬੜੇ ਧਿਆਨ ਦੇ ਨਾਲ ਗੱਲ ਨੂੰ ਸੁਣਿਆ ਜੇ। ਜਦੋਂ ਜੂਨ 1984 ਚੱਲਦੀ ਹੈ, ਸਿੱਖ ਲੀਡਰਸ਼ਿਪ ਦੇ ਕੀ ਰੋਲ ਨੇ? ਇੱਕ ਸਵਾਲ ਤੇ ਖੜਾ ਹੋਵੇਗਾ, ਸਿੱਖ ਲੀਡਰਸ਼ਿਪ ਦਾ ਉਸ ਸਮੇਂ ਦਾ ਮਾਹੌਲ ਕਿਹੋ ਜਿਹਾ ਸੀ ਹੋਵੇਗਾ। ਪਰ ਮੈਂ ਇੱਕ ਬੇਨਤੀ ਕਰਾਂ, ਜਿੱਥੇ ਮੈਨੂੰ ਲੱਗੇ ਨਾ ਕਿ ਮੇਰੀ ਕੌਮ ਅੱਗੇ ਖਤਮ ਹੋ ਰਹੀ ਹੈ ਤੇ ਮੈਂ ਕੌਮ ਦੀ ਅਗਵਾਈ ਕਰਦਾ ਹੋਵਾਂ, ਤੇ ਮੈਨੂੰ ਉਸ ਵੇਲੇ ਦਿਮਾਗ ਲੈ ਲੈਣਾ ਚਾਹੀਦਾ ਕਿ ਮੈਂ ਆਪਣੀ ਕੌਮ ਅੱਗੇ ਮਰਵਾਉਣੀ ਨਹੀਂ। ਸੋ ਸਿੱਖ ਲੀਡਰਸ਼ਿਪ ਦਾ ਉਸ ਵੇਲੇ ਦਾ ਰੋਲ ਕੀ ਸੀ, ਇਹ ਦੇਖਣਾ ਪਏਗਾ। ਸਿੱਖ ਲੀਡਰਸ਼ਿਪ ਨੇ ਉਸ ਵੇਲੇ ਤੋਂ ਬਾਅਦ ਨੈਤਿਕਤਾ ਦੇ ਆਧਾਰ ਦੇ ਉੱਪਰ ਆਪਣੇ ਅਹੁਦੇ ਛੱਡੇ ਕਿਉਂ ਨਹੀਂ? ਸਵਾਲ ਹੈ ਬਹੁਤ ਵੱਡੇ। ਸੋ ਫਿਰ ਵੀ ਕਿਤੇ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਫਿਰ ਹਾਜ਼ਰ ਹੋਵਾਂਗਾ 3rd ਐਪੀਸੋਡ ਲੈ ਕੇ, ਤੇ ਵਾਅਦਾ ਕਰਦਾ ਮੈਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਮੇਰੇ ਨਾਲ ਹੋਣਗੇ ਤੇ ਇਹਨਾਂ ਦੇ ਕੋਲੋਂ ਉਹ ਸਾਰੀਆਂ ਗੱਲਾਂ ਦੇ ਆਪਾਂ ਜਵਾਬ ਲੈਣ ਦਾ ਯਤਨ ਕਰਾਂਗੇ ਜਿਹੜੇ ਤੁਹਾਡੇ ਸਵਾਲ ਨੇ। ਪੁੱਛੇਗਾ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਮੱਖੂ। 3rd ਪਾਰਟ ਦਾ ਇੰਤਜ਼ਾਰ ਕਰੋ ਤੇ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।